ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ जो ਫਤਿਹ। आज का टॉपिक है रेलेवेंस ऑफ गुरु ग्रंथ साहब या रेलेवेंस एंड इम्पोर्टेंस ऑफ गुरु ग्रंथ साहब इन टुडेज सिनेरियो। इस टॉपिक ਨੂੰ जो चुनना सुन के कई बार इस तरह लगता है कि इस टॉपिक की जरूरत कितना है, क्योंकि गुरु ग्रंथ साहब तो साढ़े 100 वर्ष से रेलेवेंट है नहीं, लेकिन किसी भी इंसान की जिंदगी के डिफरेंट एस्पेक्ट्स हैं। ਉਹਦਾ ਮੋਰਲ ਐਸਪੈਕਟ ਹੈ, ਸੋਸ਼ਲ ਡਾਇਮੈਂਸ਼ਨ ਹੈ, ਉਹਦਾ ਇਕਨੋਮਿਕ ਜੀਵਨ ਹੈ। तो उन्होंने विच या साड़ी जिंदगी दे विच जो चैलेंजेस आ रहे हैं उन्होंने विच गुरु ग्रंथ साहब का फलसफा सानू किस तरह हेल्प कर सकता है या उन्होंने चैलेंजेस नू असीं किस तरह फेस करके एक अच्छा जीवन जी सकते हैं। इस टॉपिक दे उत्ते सरदार हरिंदरपाल सिंह जी गल करनगे, जो जपजी साहब दे टॉपिक दे उत्ते PhD कर रहे हैं, जिहड़ा कि ऑलमोस्ट हुण सबमिशन दे नज़दीक है। और उन्होंने गुरमत कॉलेज दे विच, दिल्ली गुरमत कॉलेज दे विच एज चेयरमैन सेवा निभाई है और 29 शॉर्ट टर्म उन्होंने कंडक्ट किए हैं। और नाल ही धर्म अध्ययन दी MA गुरमत संगीत पंजाबी भाषा लई उन्होंने पंजाबी यूनिवर्सिटी पटियाला वालों सेवा दे वास्ते पुरस्कार की रिकग्निशन भी मिली थी। और जगजीत कौर भाई मती दा सेवक जत्थे दे और मैं असी दोनों और काफी सारे लोग जो जुड़े हुए हैं, कुछ कह रहा है असी सारे भी कॉलेज। तो मैं सर ਨੂੰ रिक्वेस्ट करांगी कि वो इस टॉपिक ਦੇ ਉੱਤੇ डिटेल ਨਾਲ ਗੱਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਹੁਣੇ ਦੱਸਿਆ ਗਿਆ ਕਿ ਅੱਜ ਦਾ ਜਿਹੜਾ ਸਾਡਾ 298 इंग्लिश तो बोल रहा हूँ, समझ नहीं आती। मैंने ना सिर्फ 29 डाला है, वो सारा पिछली बार भी वही था ना। पिछले से पिछले थोड़ा माइक ऑफ है सर, आवाज नहीं आ रही। ਕਿਸੇ ਵੀ ਧਰਮ ਲਈ ਦੋ ਚੀਜ਼ਾਂ ਦੀ ਬਹੁਤ ਮਹੱਤਤਾ ਹੁੰਦੀ ਹੈ। ਉਹ ਹਨ ਇੱਕ ਧਰਮ माइक ऑफ कर ले। ਇੱਕ ਧਰਮ जी फिर ਅਸਥਾਨ माइक ऑफ हो गया। ਤੇ ਇੱਕ ਧਰਮ ਗ੍ਰੰਥ। ਇਹ ਮੇਰਾ ਮਾਈਕ ਪਿੱਛੋਂ ਤੁਸੀਂ ਕਰ ਰਹੇ ਹੋ, ਮੈਂ ਠੀਕ ਕਰਦਾ, ਪਿੱਛੋਂ ਮਿਊਟ ਹੋ ਜਾਂਦਾ ਹੈ। ਤੋ ਜਿਹੜੀਆਂ ਦੋ ਚੀਜ਼ਾਂ ਦੀ ਬੜੀ ਮਹੱਤਤਾ ਹੈ ਕਿਸੇ ਵੀ ਧਰਮ ਲਈ, ਉਹ ਹੈ ਇੱਕ ਆਦਰਸ਼ਕ ਧਰਮ ਲਈ ਇਹ ਦੋ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਧਰਮ ਨੂੰ ਮੰਨਣ ਵਾਲਿਆਂ ਦੇ ਖਿਆਲਾਂ ਦੀ ਸਾਂਝ ਹੁੰਦੀ ਹੈ। ਔਰ ਪੰਜਵੇਂ ਗੁਰੂ ਅਰਜਨ ਪਾਤਸ਼ਾਹ ਨੇ ਹਰਮੰਦਰ ਸਾਹਿਬ ਦੇ ਰੂਪ ਵਿੱਚ ਜਾਂ ਮੈਂ ਕਹਿ ਲਵਾਂ ਦਰਬਾਰ ਸਾਹਿਬ ਦੇ ਰੂਪ ਵਿੱਚ ਇੱਕ ਮਹਾਨ ਕੇਂਦਰ ਸਥਾਨ ਅਤੇ ਸੰਗਤ ਦੀ ਰਹਿਨੁਮਾਈ ਲਈ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ। ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸਿਰਜਣਾ ਹੋਈ ਤੇ ਵਿਦਵਾਨਾਂ ਦਾ ਇਹ ਕਹਿਣਾ ਹੈ ਕਿ ਇਤਿਹਾਸ ਵਿੱਚ ਇਹ ਯੁੱਗ ਪਲਟਾਊ ਘਟਨਾ ਹੈ। ਤਕਰੀਬਨ 31 ਭਾਸ਼ਾਵਾਂ, ਉਪ ਭਾਸ਼ਾਵਾਂ ਤੇ ਭਾਸ਼ਾਵਾਂ, 31 ਰਾਗ, 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ, 4 ਗੁਰਸਿੱਖਾਂ ਦੀ ਬਾਣੀ ਕਲਮਬੰਦ ਕਰਕੇ ਗੁਰੂ ਅਰਜਨ ਪਾਤਸ਼ਾਹ ਨੇ ਇਸ ਜਗਤ ਲਈ, ਇਸ ਬ੍ਰਹਮੰਡ ਲਈ ਇੱਕ ਲਾਈਟ ਹਾਊਸ ਆਫ ਹਿਊਮੈਨਿਟੀ ਮੈਂ ਕਹਿ ਸਕਦਾ ਕਿ ਉਸ ਦੀ ਇੱਕ ਸਿਰਜਣਾ ਹੋਈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਕੰਪਲੀਸ਼ਨ ਹੈ ਉਹ 30 ਅਗਸਤ 1604 ਤੱਕ ਹੋਈ ਸੀ। 1 ਸਤੰਬਰ 1604 ਨੂੰ ਦਰਬਾਰ ਸਾਹਿਬ ਵਿੱਚ ਉਹਨਾਂ ਦਾ ਪਹਿਲਾ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਦਾ, ਜਿਹੜਾ ਜਿਹਨੂੰ ਅਸੀਂ ਆਦਿ ਗ੍ਰੰਥ ਕਹਿੰਦੇ ਆ। 1705 ਵਿੱਚ ਦਮਦਮਾ ਸਾਹਿਬ ਵਿੱਚ 9ਵੇਂ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਉਹ 10ਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕਰਾਈ। ਔਰ 20 ਅਕਤੂਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਗੁਰੂ ਗ੍ਰੰਥ ਸਾਹਿਬ ਨੂੰ, ਸ਼ਬਦ ਗੁਰੂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਗੁਰੂ ਦੀ ਉਪਾਧੀ ਦਿੱਤੀ। ਦੇਖੋ, ਮੈਂ ਜਦੋਂ ਰੈਲੀਵੈਂਸ ਦੀ ਅਸੀਂ ਅੱਜ ਗੱਲ ਕਰਨੀ ਹੈ ਤਾਂ ਸਾਨੂੰ ਅੱਜ ਦੇ ਇਸ ਮਾਹੌਲ ਬਾਰੇ ਵੀ ਕੁਝ ਵਿਚਾਰ ਕਰਨਾ ਪਏਗਾ ਕਿ ਅੱਜ ਦੁਨੀਆ ਗਿਆਨ ਅਤੇ ਸੰਚਾਰ ਦੇ ਦੌਰ ਵਿੱਚੋਂ ਲੰਘ ਰਹੀ ਹੈ। ਗਿਆਨ ਅਤੇ ਸੰਚਾਰ ਨਾਲ ਜੋ ਨਵਾਂ ਸਮਾਜ ਉੱਭਰ ਰਿਹਾ ਹੈ,
ਜਿਹਨੂੰ ਅਸੀਂ ਗਲੋਬਲ ਇਨਫੋਰਮੇਸ਼ਨ ਸੁਸਾਇਟੀ ਕਹਿ ਸਕਦੇ ਹਾਂ, ਜਾਂ ਉਹਨਾਂ ਨੂੰ ਉਸਨੂੰ ਕਿਹਾ ਜਾ ਰਿਹਾ ਹੈ, ਉਹ ਹੁਣ ਇਹੋ ਜਿਹਾ ਸਮਾਜ ਕ੍ਰੀਏਟ ਹੋ ਰਿਹਾ ਹੈ ਜਿਸ ਦਾ ਕਦਰਾਂ ਕੀਮਤਾਂ ਦੀ ਮਾਨਸਿਕਤਾ ਨਾਲ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਹੀਂ ਹੈ। ਇੱਕ ਨਵਾਂ ਸਮਾਜ, ਇੱਕ ਐਸਾ ਸਮਾਜ ਜਿਸ ਦਾ ਸੰਸਕਾਰਾਂ ਨਾਲ, ਵੈਲਿਊ ਸਿਸਟਮ ਨਾਲ, ਮੋਰੈਲਿਟੀ ਨਾਲ ਕੋਈ ਸਰੋਕਾਰ ਨਹੀਂ ਹੈ। ਔਰ ਅੱਜ ਦੁਨਿਆਵੀ ਸੁੱਖ ਹੁੰਦੇ ਹੋਏ ਵੀ ਮਨੁੱਖ ਬੇਚੈਨ ਹੈ, ਡਿਸਪ੍ਰੈਸ਼ਨ ਵਿੱਚ ਨੇ, ਖਾਲੀਪਨ ਹੈ, ਐਮਪਟੀਨੈਸ ਹੈ। ਕਾਰਨ ਕੀ ਨੇ? ਦੇਖੋ, ਪੂਰੀ ਲਿਵਿੰਗ ਬੀਇੰਗ ਵਿੱਚ ਜਿਹੜਾ ਮਨੁੱਖ ਨੂੰ ਛੱਡ ਕੇ ਸ਼ਾਇਦ ਹੀ ਕੋਈ ਉਦਾਸ ਨਹੀਂ। ਮਨੁੱਖ ਉਦਾਸ ਹੈ ਕਿਉਂਕਿ ਉਸਨੂੰ ਜੀਵਨ ਦੇ ਦੇਖਣ ਦਾ, ਜੀਵਨ ਨੂੰ ਜੀਣ ਦਾ ਜਿਹੜਾ ਉਹਦਾ ਢੰਗ ਹੈ, ਕਿੱਥੇ ਨਾ ਕਿੱਥੇ ਉਹ ਗਲਤ ਹੈ। ਇਹ ਅਲੱਗ ਗੱਲ ਹੈ ਕਿ ਵੀ ਆਰ ਲਿਵਿੰਗ ਲੋਂਗਰ, ਸਾਡੀਆਂ ਉਮਰਾਂ ਲੰਬੀਆਂ ਹੋ ਰਹੀਆਂ ਨੇ, ਬਟ ਵੀ ਆਰ ਨਾਟ ਲਿਵਿੰਗ ਬੈਟਰ। ਜਿਸ ਹਿਸਾਬ ਨਾਲ ਸਾਨੂੰ ਜੀਣਾ ਚਾਹੀਦਾ ਹੈ, ਉਹ ਕਹਿੰਦੇ ਨਾ ਕਿ the real question is not whether life exists after death। ਕਹਿੰਦੇ ਸਵਾਲ ਇਹ ਨਹੀਂ ਹੈ ਕਿ ਮਰਨ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੈ। ਸਵਾਲ ਇਹ ਹੈ, the real question is whether you are alive before death। ਕਿ ਮਰਨ ਤੋਂ ਪਹਿਲੇ ਜਿਹੜੀ ਜ਼ਿੰਦਗੀ ਜੀਣੀ ਚਾਹੀਦੀ ਹੈ, ਜਿਹੜੀ ਜ਼ਿੰਦਗੀ ਜੀਣ ਲਈ ਪਰਮਾਤਮਾ ਨੇ ਤੁਹਾਨੂੰ ਕ੍ਰੀਏਟ ਕੀਤਾ ਸੀ, ਕਿ ਉਹ ਜ਼ਿੰਦਗੀ ਅਸੀਂ ਜੀ ਰਹੇ ਹਾਂ। ਹੁਣ ਮੈਂ ਥੋੜੇ ਦਿਨ ਹੋਏ ਸੋਸ਼ਲ ਮੀਡੀਆ ਦੇ ਨੈਟਵਰਕ ਤੇ ਮੈਂ ਦੇਖ ਰਿਹਾ ਸੀ ਕਰੋਨਾ ਦੇ ਟਾਈਮ ਦਾ। ਉਸ ਟਾਈਮ ਮੈਂ ਦੇਖ ਰਿਹਾ ਲਗਭਗ 10 ਲੱਖ ਲੋਕਾਂ ਨੇ ਗੂਗਲ ਤੇ ਸਰਚ ਕੀਤਾ ਕਿ ਬਿਨਾਂ ਤਕਲੀਫ ਦੇ, ਬਿਨਾਂ ਪੇਨ ਦੇ ਮਰਿਆ ਕਿਵੇਂ ਜਾ ਸਕਦਾ ਹੈ। ਦੇਖੋ, ਛੋਟੀ ਛੋਟੀ ਪ੍ਰੋਬਲਮ ਤੇ ਡਿਪਰੈਸ਼ਨ ਹੋ ਜਾਣਾ, ਸੁਸਾਈਡ ਆਮ ਅਸੀਂ ਦੇਖ ਰਹੇ ਹਾਂ। ਔਰ 10 ਲੱਖ ਲੋਕਾਂ ਨੇ ਬਿਨਾਂ ਤਕਲੀਫ ਦੇ, ਬਿਨਾਂ ਪੇਨ ਦੇ ਮਰਨ ਦਾ ਜਿਹੜਾ ਉਹ ਗੂਗਲ ਤੋਂ ਪੁੱਛ ਰਹੇ ਨੇ ਕਿ ਕਿਵੇਂ ਮਰਿਆ ਜਾ ਸਕਦਾ। 2 ਸਾਲ ਪਹਿਲੇ ਜਿਹੜਾ ਕਿ ਅੱਜ ਵੀ ਸਾਨੂੰ ਡਰਾਇਆ ਜਾ ਰਿਹਾ ਹੈ, ਕਰੋਨਾ ਨੇ ਸਾਡੇ ਤੋਂ ਬਹੁਤ ਕੁਝ ਖੋਹ ਲਿਆ, ਪਰ ਸਾਡੀ ਐਕਟੀਵਿਟੀਆਂ ਨਹੀਂ ਖੋ ਸਕਿਆ। ਹਰ ਪ੍ਰੋਬਲਮ ਦਾ, ਹਰ ਦੁੱਖ ਦਾ, ਹਰ ਸਮੱਸਿਆ ਦਾ ਸਮਾਧਾਨ ਹੁੰਦਾ ਹੈ, ਪਰ ਇਹ ਸਾਡੇ ਤੇ ਡਿਪੈਂਡ ਕਰਦਾ ਹੈ। ਸਾਡੀ ਸੋਚ ਕੀ ਹੈ, ਥਾਟ ਪੈਟਰਨ ਕੀ ਹੈ, ਸਾਡਾ ਐਟੀਟਿਊਡ ਕੀ ਹੈ ਟੂਵਰਡਸ ਲਾਈਫ, ਸਾਡਾ ਲਾਈਫ ਸਟਾਈਲ ਕੀ ਹੈ। ਦੇਖੋ, ਜੋ ਚੀਜ਼ਾਂ ਇਨਸਾਨ ਲਈ ਨਹੀਂ ਬਣੀਆਂ, ਇਨਸਾਨ ਉਹ ਕੰਜ਼ਿਊਮ ਕਰ ਰਿਹਾ ਹੈ। ਲਿਵਿੰਗ ਬੀਇੰਗ ਦੇ ਉੱਤੇ ਉਹ ਨਿਯਮ ਅਪਣਾਏ ਜਾ ਰਹੇ ਨੇ ਜਿਹੜੇ ਨਿਯਮ ਲਿਵਿੰਗ ਬੀਇੰਗ ਲਈ ਬਣੇ ਹੀ ਨਹੀਂ ਹੈ। ਨੋਨ ਲਿਵਿੰਗ ਬੀਇੰਗ ਨਿਯਮ ਦੇ ਵਿੱਚ ਅਸੀਂ ਜੀ ਰਹੇ ਹਾਂ। ਔਰ ਦੂਸਰਾ ਸਵਾਲ ਕਿ we have learned to control the world outside us। ਅਸੀਂ ਜ਼ਿੰਦਗੀ ਦੇ ਆਪਣੇ ਆਸ-ਪਾਸ ਤਾਂ ਹਰ ਚੀਜ਼ ਕੰਟਰੋਲ ਕਰ ਲਈ ਹੈ, but we had very little control the world inside us। ਜਿਹੜੇ ਸਾਡੇ ਅੰਦਰ ਜਿਹੜੀਆਂ ਚਾਹਤਾਂ ਨੇ, ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਾਸਨਾ, ਕਾਮ, ਇਹਨਾਂ ਨੂੰ ਕਿਵੇਂ ਅਸੀਂ ਕੰਟਰੋਲ ਕਰੀਏ, ਇਸ ਬਾਰੇ ਮਨੁੱਖ ਨੂੰ ਮੈਂ ਸਮਝਦਾ ਕਿ ਕੁਝ ਵੀ ਨਹੀਂ। ਔਰ ਫਿਰ ਦੇਖੋ ਜ਼ਿੰਦਗੀ ਦੀ ਕੰਟਰਾਡਿਕਸ਼ਨ ਦੇਖੋ। ਆਪਣੇ ਸੁੱਖਾਂ ਲਈ ਸਾਇੰਸ ਤੇ ਟੈਕਨੋਲੋਜੀ ਰਾਹੀਂ ਅਸੀਂ ਹਰ ਚੀਜ਼ ਇਜਾਦ ਕਰ ਲਈ, ਉਸ ਦਾ ਸਹਾਰਾ ਲਿਆ, ਉਪਯੋਗ ਕੀਤਾ ਇਸ ਲਈ ਕਿ ਮਹੀਨਿਆਂ ਦਾ ਤੇ ਦਿਨਾਂ ਦੇ ਕੰਮ ਕੁਝ ਘੰਟਿਆਂ ਵਿੱਚ ਹੋ ਜਾਣ। ਦੁਨੀਆ ਦਾ ਹਰ ਸੁੱਖ ਤੇ ਸੁਵਿਧਾ ਦਾ ਸਮਾਨ ਅਸੀਂ ਤਿਆਰ ਕਰ ਲਿਆ। ਇਹ ਸਭ ਕੁਝ ਕੀਤਾ ਕਿ ਸਮਾਂ, ਸਾਡੇ ਕੋਲ ਟਾਈਮ ਦੀ ਕਮੀ ਨਾ ਰਹੇ। ਸਮਾਰਟ ਮੋਬਾਈਲ ਆ ਗਏ, ਪੂਰੀ ਕਮਿਊਨੀਕੇਸ਼ਨ ਦੀ ਜਿਹੜੀ ਗੱਲ ਹੋ ਰਹੀ ਹੈ ਉਹ ਸਮਾਰਟਫੋਨ ਦੇ ਰਾਹੀਂ ਹੋ ਰਹੀ ਹੈ। ਗਲੋਬਲ ਵਿਲੇਜ ਬਣ ਗਿਆ ਹੈ ਦੁਨੀਆ। ਪਰ ਪ੍ਰਸ਼ਨ ਇਹ ਹੈ ਕਿ ਟਾਈਮ ਤਾਂ ਸਾਡੇ ਕੋਲ ਹੋਣਾ ਚਾਹੀਦਾ ਸੀ ਸਪੇਅਰ, ਪਰ ਇਤਨੀਆਂ ਸੁਵਿਧਾਵਾਂ ਹੋਣ ਦੇ ਨਾਲ ਸਾਨੂੰ ਜਿਹੜੇ ਆਪਸੀ ਰਿਸ਼ਤੇ ਨੇ, ਉਹਨਾਂ ਨੂੰ, ਰਿਸ਼ਤਿਆਂ ਨੂੰ ਜੀਣ ਦਾ ਸਮਾਂ ਜਿਹੜਾ ਹੈ ਉਹ ਸਾਡੇ ਕੋਲ ਹੈ ਹੀ ਨਹੀਂ ਹੈ। ਜੋ ਸਿਰ ਪਰਮਾਤਮਾ ਅੱਗੇ ਝੁਕਦੇ ਸੀ, ਹੁਣ ਉਹ ਸਮਾਰਟਫੋਨਾਂ ਤੇ ਝੁਕੇ ਹੁੰਦੇ ਨੇ। ਇਹ ਘਰ ਦੀ ਕਹਾਣੀ। ਪਤੀ, ਪਤਨੀ, ਮਾਤਾ, ਪਿਤਾ, ਬੱਚੇ, ਦੋਸਤ, ਮਿੱਤਰ, ਸਭ ਰਿਸ਼ਤੇ ਸਮਾਰਟਫੋਨ ਨੇ ਖਾ ਲਏ ਨੇ, ਜਾਂ ਕਹਿ ਲਵਾਂ ਖੋ ਲਏ ਨੇ। ਜੀਵਨ ਦਾ ਸਹਿਜ, ਜੀਵਨ ਦੀ ਸਰਲਤਾ ਜਿਹੜੀ ਹੈ ਉਹ ਸਭ ਖਤਮ ਹੋ ਗਈ। ਆਮ ਤੌਰ ਤੇ ਕਹਿੰਦੇ ਨੇ ਕਿ ਅੱਜ ਹਰ ਪਾਸੇ ਹਨੇਰਾ ਹੀ ਹਨੇਰਾ ਲੱਗਦਾ ਹੈ। ਇਹ ਮੈਂ ਗੱਲ ਕਰ ਰਿਹਾ ਜਿਹੜੇ ਸਪਿਰਚੁਅਲਿਟੀ ਨੂੰ ਸਮਝਦੇ। ਔਰ ਸਿਆਣੇ ਦਾ ਕਥਨ ਹੈ ਕਿ ਹਨੇਰੇ ਦਾ ਆਪਣਾ ਕੋਈ ਅਸਤਿਤਵ ਹੀ ਨਹੀਂ ਹੁੰਦਾ। ਕੇਵਲ ਹਨੇਰਾ, ਕੇਵਲ ਪ੍ਰਕਾਸ਼ ਦੀ, ਲਾਈਟ ਦੀ ਦਾ ਅਭਾਵ ਜਿਹੜਾ ਉਹ ਹਨੇਰਾ ਹੈ। ਰੋਸ਼ਨੀ ਦੇ ਅਭਾਵ ਦਾ ਨਾਮ ਹਨੇਰਾ ਹੈ।
ਅੱਜ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਰੋਸ਼ਨੀ ਦੀ ਗੱਲ ਕਰਨੀ ਹੈ। ਅੱਜ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਜਿਸ ਤੋਂ ਅਸੀਂ ਦੂਰੀ ਬਣਾਈ ਹੋਈ ਹੈ, ਅਸੀਂ ਉਸ ਦੀ ਗੱਲ ਕਰਨੀ ਹੈ। ਮੈਂ ਥੋੜਾ ਹਵਾਲਾ ਦਿਆਂ, ਸੁਕਰਾਤ ਬਹੁਤ ਵੱਡਾ ਇੰਟੈਲੈਕਟ, ਜਿਹੜਾ ਇੰਟੈਲੈਕਚੁਅਲ ਹੈ, ਉਹਦੀਆਂ ਕਿਤਾਬਾਂ ਅੱਜ ਵੀ, ਉਹਦੀਆਂ ਕੋਟਸ ਅੱਜ ਵੀ ਅਸੀਂ ਪੜ੍ਹਦੇ ਤੇ ਸੁਣਦੇ ਹਾਂ। ਸੁਕਰਾਤ ਦੇ ਸਮੇਂ ਐਥਨਸ ਦਾ ਰਹਿਣ ਵਾਲਾ ਸੀ ਉਹ। ਬੁੱਧੀਮਤਾ ਦੀ, ਇੰਟੈਲੈਕਟ ਦੀ, ਗਿਆਨ ਦੀ ਜਿਹੜੀ ਹੈ ਨਾ ਗੱਲ ਜਿਹੜੀ ਹੋਣੀ ਹੈ, ਉਹ ਕਹਿੰਦੇ ਜੀ ਐਥਨਸ ਤੋਂ ਹੋਏਗੀ। ਜਿਸ ਦਿਨ ਸੁਕਰਾਤ ਦੀ ਡੈਥ ਹੋਈ, ਉਹਦਾ ਜਿਹੜਾ ਪ੍ਰਕਾਸ਼ ਬੁਝ ਗਿਆ, ਉਸ ਦਿਨ ਐਥਨਸ ਦਾ ਦੀਵਾ ਵੀ ਬੁਝ ਗਿਆ। ਸੁਕਰਾਤ ਦੇ ਖਤਮ ਹੋਣ ਤੋਂ ਬਾਅਦ ਐਥਨਸ ਦੀ ਕੋਈ ਹੈਸੀਅਤ ਹੀ ਨਹੀਂ ਰਹੀ। ਅੱਜ ਉਹ ਐਥਨਸ ਨੂੰ ਕੋਈ ਜਾਣਦਾ ਵੀ ਨਹੀਂ ਹੈ। ਮੇਰੀ ਗੱਲ ਨੂੰ ਸਮਝਣਾ, ਇਹ ਵੇਕਅਪ ਕਾਲ ਹੈ ਸਾਡੇ ਲਈ। ਅੱਜ ਅਸੀਂ ਇਸ ਲਈ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ, ਉਹਦੀ ਰੈਲੀਵੈਂਸ ਦੀ ਗੱਲ ਅਸੀਂ ਇਸ ਲਈ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜਾਣ ਪਛਾਣ ਹੋ ਸਕੇ, ਗੁਰੂ ਗ੍ਰੰਥ ਸਾਹਿਬ ਨੂੰ ਜਾਣਨ ਦੀ ਲਾਲਸਾ ਪੈਦਾ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇਸ ਲਈ ਅਸੀਂ ਇਹ ਜਿਹੜਾ ਵਿਸ਼ਾ ਹੈ ਅੱਜ ਦਾ ਰੱਖਿਆ। ਇੱਕ ਹੁੰਦੀ ਹੈ ਇੰਪੋਰਟੈਂਸ, ਮਹੱਤਤਾ, ਇੱਕ ਹੁੰਦੀ ਹੈ ਰੈਲੀਵੈਂਸ। ਗੁਰੂ ਗ੍ਰੰਥ ਸਾਹਿਬ ਜਦੋਂ ਹੋਂਦ ਵਿੱਚ ਆਏ ਤਾਂ ਵੀ ਇਸ ਦੀ ਰੈਲੀਵੈਂਸ ਸੀ, ਇਹਦੀ ਮਹੱਤਤਾ ਸੀ। ਅੱਜ ਵੀ ਹੈ, 21ਵੀਂ ਸ਼ਤਾਬਦੀ ਦੇ ਵਿੱਚ ਵੀ, ਜਦੋਂ ਸਾਇੰਸ ਟੈਕਨੋਲੋਜੀ ਇਤਨੀ ਉੱਤੇ ਚਲੀ ਗਈ, ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਉਤਨੀ ਹੀ ਰੈਲੀਵੈਂਸ ਹੈ ਜਿਤਨੀ 400 ਸਾਲ ਪਹਿਲੇ ਸੀ। ਔਰ ਆਉਣ ਵਾਲੇ ਜਦ ਤੱਕ ਇਹ ਦੁਨੀਆ ਹੈ ਤਦ ਤੱਕ ਇਹ ਜਿਹੜੀ ਹੈ ਰੈਲੀਵੈਂਸ ਰਹੇ। ਮੈਂ ਕਿਤਾਬ ਪੜ੍ਹ ਰਿਹਾ ਸੀ, ਥੋੜੇ ਦਿਨ ਹੋਏ। ਕਿਤਾਬ ਦਾ ਨਾਮ ਹੈ 21 Lessons for 21st Century। ਇਹ ਹਰਾਰੇ ਨੇ, ਇਜ਼ਰਾਈਲ ਦੇ, ਉਹਨਾਂ ਨੇ ਲਿਖੀ ਹੈ ਕਿ 21ਵੀਂ ਸੈਂਚੁਰੀ ਦੇ ਵਿੱਚ ਲਾਈਫ ਦੇ, ਜੀਵਨ ਦੇ ਵਰਤਮਾਨ ਦੌਰ ਵੱਲ ਜਿਹੜਾ ਹੈ ਨਾ, ਉਹ ਤੁਸੀਂ ਕਹਿੰਦੇ ਨੇ ਆਪਣਾ ਧਿਆਨ ਕੇਂਦਰਿਤ ਕਰੋ। ਉਹ ਹਰ ਇੱਕ ਨੂੰ ਕਹਿ ਰਹੇ ਨੇ ਕਿ ਮਾਨਵੀ ਸਮਾਜ ਦਾ ਨੇੜਲਾ ਭਵਿੱਖ ਕੀ ਹੈ, ਹੋ ਕੀ ਰਿਹਾ, ਵਾਟਸ ਹੈਪਨਿੰਗ, ਤੁਹਾਡੇ ਆਸ-ਪਾਸ ਹੋ ਕੀ ਰਿਹਾ, ਅੱਜ ਵੱਡੀਆਂ ਚੈਲੰਜਸ ਕੀ ਨੇ ਤੁਹਾਡੇ ਲਈ, ਤੁਹਾਡੀ ਆਉਣ ਵਾਲੀ ਜਨਰੇਸ਼ਨ ਲਈ। ਅੱਜ ਮਨੁੱਖ ਦੇ ਸਾਹਮਣੇ ਬੜੀ ਵੱਡੀ ਇੱਕ ਸਮੱਸਿਆ ਕੀ ਹੈ, ਪ੍ਰੋਬਲਮਸ ਕੀ ਆ ਰਹੀਆਂ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ, ਬੱਚਿਆਂ ਨੂੰ, ਅਗਲੀਆਂ ਪੀੜ੍ਹੀਆਂ ਤੱਕ ਸਾਨੂੰ ਕੀ ਪਹੁੰਚਾਉਣਾ ਚਾਹੀਦਾ ਹੈ। ਝੂਠੀਆਂ ਖਬਰਾਂ ਦੀ ਜਿਹੜੀ ਮਹਾਮਾਰੀ ਆਈ ਹੋਈ ਹੈ, ਇਸ ਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਕਿਵੇਂ, ਹਾਊ ਟੂ ਟੈਕਲ। ਇਹ ਇੱਕ ਐਸਾ ਪ੍ਰਸ਼ਨ ਹੈ, ਮੈਂ ਸਮਝਦਾ ਕਿ ਇਹ ਹਰ ਬੰਦੇ ਨੂੰ, ਖਾਸ ਕਰਕੇ ਇਹ 2 ਸਾਲਾਂ ਵਿੱਚ ਜਦੋਂ ਸਕੂਲ ਬੰਦ ਰਹੇ, ਬੱਚੇ ਘਰ ਰਹੇ, ਮਾਂ-ਬਾਪ ਨੇ ਜੋ ਇਹ ਫੇਸ ਕੀਤੇ 2 ਸਾਲ, ਇਹ ਉਹ ਚੰਗੀ ਤਰ੍ਹਾਂ ਸਮਝ ਸਕਦੇ ਨੇ ਕਿ ਮੈਂ ਕਹਿਣਾ ਕੀ ਚਾਹੁੰਦਾ। ਉਹ ਕਹਿੰਦੇ ਨੇ ਵਰਲਡ ਦੀ 800-850 ਕਰੋੜ ਆਬਾਦੀ ਹੈ ਦੁਨੀਆ ਵਿੱਚ। ਜੇ ਆਬਾਦੀ 850 ਕਰੋੜ ਹੈ, 800-850 ਕਰੋੜ ਹੀ ਏਜੰਡੇ ਨੇ। ਹਰ ਬੰਦੇ ਦਾ ਆਪਣਾ ਏਜੰਡਾ ਹੈ। ਦੁਨੀਆ ਦੀ ਕਿਸੇ ਕਿਤਾਬ ਵਿੱਚ ਇਹਨਾਂ ਏਜੰਡਿਆਂ ਦਾ ਜਵਾਬ ਨਹੀਂ ਹੈ। ਹਰਾਰੇ ਦਾ ਇਹ ਤਰਕ ਹੈ ਕਿ ਇਸ ਜਗਤ ਵਿੱਚ ਇਰਰੈਲੀਵੈਂਟ ਤੇ ਅਨਐਥੀਕਲ ਇਨਫੋਰਮੇਸ਼ਨ ਦੀ ਸੁਨਾਮੀ ਜਿਹੀ ਆਈ ਹੋਈ ਹੈ ਕਿ ਥੋੜੀ ਜਿਹੀ ਗੱਲ ਕੋਈ ਸੋਸ਼ਲ ਮੀਡੀਆ ਤੇ ਆ ਜਾਏ, ਦੰਗੇ ਹੋ ਜਾਂਦੇ ਨੇ, ਮਿਸ ਇਨਫੋਰਮੇਸ਼ਨ ਨਾਲ ਮਿਸ ਅੰਡਰਸਟੈਂਡਿੰਗਸ ਹੋ ਰਹੀਆਂ ਨੇ। ਤੋ ਹਰਾਰੇ ਕਹਿੰਦਾ ਹੈ ਕਿ ਅੱਜ ਆਤਮਿਕ ਤੌਰ ਤੇ ਕਾਮਯਾਬੀ ਉਹ ਵਿਅਕਤੀ ਪ੍ਰਾਪਤ ਕਰ ਸਕਦਾ ਹੈ ਜਿਹੜਾ ਪੋਜ਼ਿਟਿਵ ਸੋਸ਼ਲ ਮੀਡੀਆ ਤੇ, ਜਿਹੜਾ ਪੋਜ਼ਿਟਿਵ ਤੇ ਨੈਗੇਟਿਵ ਇਨਫੋਰਮੇਸ਼ਨ ਨੂੰ ਸਹੀ, ਜਿਹਦੀ ਸਪਸ਼ਟ ਸਹੀ ਜਿਹੜਾ ਪਛਾਣ ਪਾਏਗਾ, ਜਿਸ ਨੂੰ ਸਹੀ ਸਮਝ ਆ ਜਾਏਗੀ, ਉਹ ਕਹਿੰਦਾ ਅੱਜ ਦੀ ਦੁਨੀਆ ਵਿੱਚ ਉਹ ਕਾਮਯਾਬ ਹੋਏਗਾ। ਔਰ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ, ਇਹਨਾਂ ਸਾਰੀਆਂ ਮਸਲਿਆਂ ਨੂੰ ਸੋਲਵ ਕਰਨ ਲਈ, ਹੱਲ ਕਰਨ ਲਈ ਜਿਸ ਕਲੈਰਿਟੀ ਦੀ, ਜਿਸ ਸਮਝ ਦੀ, ਜਿਸ ਸਪਸ਼ਟਤਾ ਦੀ, ਜਿਸ ਸਪਿਰਿਟ ਦੀ ਜ਼ਰੂਰਤ ਹੈ, ਉਹ ਹੈ ਰੂਹਾਨੀ ਚੇਤਨਾ, ਉਹ ਹੈ ਸਵੇ ਚੇਤਨਾ, ਉਹ ਹੈ ਸੁਰਤ। ਸਾਨੂੰ ਰਿਵਾਈਵ ਕਰਨਾ ਪਏਗਾ, ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵੱਲ ਮੁੜ ਕੇ ਜਾਣਾ ਪਵੇਗਾ। ਸਾਨੂੰ ਸ਼ਬਦ ਗੁਰੂ ਔਰ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਣ ਵਾਲਾ ਵਿਜ਼ਨ, ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਣ ਵਾਲੀ ਅੰਤਰਦ੍ਰਿਸ਼ਟੀ ਇਸ ਨਵੇਂ ਯੁੱਗ ਨੂੰ ਸਮਝਣ ਅਤੇ ਕੰਸਟਰਕਟ ਕਰਨ ਵਿੱਚ ਬਹੁਤ ਸਹਾਈ ਹੋ ਸਕਦੀ ਹੈ। ਅੱਜ ਦੇ ਯੁੱਗ ਦੀਆਂ ਜਿੰਨੀਆਂ ਪ੍ਰੋਬਲਮਸ ਨੇ, ਜਿੰਨੀਆਂ ਮੈਂ ਦੱਸੀਆਂ ਨੇ, ਇਸ ਤੋਂ ਹੋਰ ਵੀ ਬਹੁਤ ਜ਼ਿਆਦਾ ਹੋਣਗੀਆਂ। ਹਰ ਇੰਡੀਵਿਜੂਅਲ ਦੀਆਂ ਆਪਣੀਆਂ ਪ੍ਰੋਬਲਮਸ ਦੇ ਆਰ ਫੇਸਿੰਗ ਇਟ। ਉਸ ਨੂੰ ਹੱਲ ਕਰਨ ਲਈ ਜਿਸ ਸਮਝ ਦੀ, ਜਿਸ ਸਪਿਰਿਟ ਦੀ, ਜਿਸ ਸਪਸ਼ਟਤਾ ਦੀ ਜ਼ਰੂਰਤ ਹੈ, ਉਹ ਗੁਰਬਾਣੀ ਤੋਂ, ਨਾਮ ਸਿਮਰਨ ਤੋਂ, ਨਾਮ ਜਪਣ ਤੋਂ, ਦੀ ਪ੍ਰੈਕਟਿਸ ਰਾਹੀਂ ਜੀਵਨ ਦੀ ਹੋਂਦ ਨੂੰ ਦੇ ਜਾਂ ਜੀਵਨ ਦੇ ਅਰਥ ਹੋਣ ਦੇ ਅਰਥਾਂ ਨੂੰ ਸਮਝਣ ਤੋਂ ਬਿਨਾਂ ਮੈਂ ਨਹੀਂ ਸਮਝਦਾ ਕਿ ਉਹ ਜੋ ਸਮਝ ਆ ਸਕਦੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਦਾ ਇੱਕ
ਇੱਕ ਅਧਿਆਤਮਕ ਨਿਯਮ ਹੈ, ਵਿਗਿਆਨਕ ਨਿਯਮ ਹੈ, ਉਹ ਹੈ ਪੋਜ਼ਿਟਿਵ ਸਾਈਕੋਲੋਜੀ। ਗੁਰੂ ਗ੍ਰੰਥ ਸਾਹਿਬ ਪੋਜ਼ਿਟਿਵ ਸਾਈਕੋਲੋਜੀ ਦੀ ਗੱਲ ਕਰਦੇ ਨੇ, ਜਿਸ ਦਾ ਆਧਾਰ, ਜਿਸ ਦੀ ਬੇਸ, ਜਿਸ ਦੀ ਰੂਟ ਪੋਜ਼ਿਟਿਵ ਨੌਲੇਜ ਹੈ। ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਨੌਲੇਜ ਦਾ ਔਰ ਪੋਜ਼ਿਟਿਵ ਸਾਈਕੋਲੋਜੀ, ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ, ਇਹਦਾ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਸਾਗਰ ਹੈ। ਤੋ ਅੱਜ ਦੇ ਸਾਇੰਟੀਫਿਕ ਔਰ ਟੈਕਨੋਲੋਜੀ ਦੇ ਹੁੰਦਿਆਂ ਹੋਇਆਂ ਜਿਹੜਾ ਇੰਨਾ ਐਡਵਾਂਸ ਵਿਗਿਆਨ ਹੈ, ਉਸ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਰੈਲੀਵੈਂਸ ਹੈ। ਉਹ ਇਸ ਤਰ੍ਹਾਂ ਕਿ ਇਹ ਅਧਿਆਤਮਕ ਨਿਸ਼ਚਾ ਹੁੰਦਾ ਹੈ ਜੋ ਲੋੜ ਜਾਂ ਦੁੱਖ ਦੀ ਘੜੀ ਵਿੱਚ ਬਲ ਤੇ ਪ੍ਰਵਾਸ ਦਿੰਦਾ ਹੈ। ਇਹ ਵਿਸ਼ਵਾਸ ਅਤੇ ਨਿਸ਼ਚੇ ਨਾਲ ਵਿਚਾਰ ਦੀ ਬੜੀ ਮਹੱਤਤਾ ਹੈ। ਮੈਂ ਅੱਜ ਜਿਹੜਾ ਇਹ ਵਿਸ਼ਾ ਲਿਆ, ਇਸ ਵਿੱਚ ਇਹੀ ਕਹਾਂਗਾ ਕਿ ਸਿਰਫ ਪੜ੍ਹ ਲੈਣਾ ਕਾਫੀ ਨਹੀਂ ਹੈ। ਮੈਂ ਅਕਸਰ ਆਪਣੀ ਗੁਰਮਤਿ ਦੀ ਕਾਲਜ ਦੀਆਂ ਕਲਾਸਿਸ ਵਿੱਚ ਕਿਹਾ ਕਰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸਟੱਡੀ ਕਰਨੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ, ਨਿਤਨੇਮ ਕਰਨਾ ਹੈ, ਤਾਂ 3 ਨਿਯਮ ਹਮੇਸ਼ਾ ਯਾਦ ਰੱਖਣਾ। ਰੀਡ ਦਾ ਲਾਈਨਸ, ਸ਼ਬਦਾਂ ਨੂੰ ਇੱਕ ਇੱਕ ਨੂੰ ਪੜੋ। ਰੀਡ ਬਿਟਵੀਨ ਦਾ ਲਾਈਨਸ, ਇੱਕ ਇੱਕ ਸ਼ਬਦ ਦਾ ਜਿਹੜਾ ਉਹਦਾ ਮਤਲਬ ਸਮਝਣਾ। ਫਿਰ ਮੋਸਟ ਇੰਪੋਰਟੈਂਟ, ਰੀਡ ਬਿਹਾਈਂਡ ਦਾ ਲਾਈਨ, ਕਿ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਗੁਰੂ ਸਾਹਿਬ ਤੁਹਾਡੇ ਤੱਕ ਸੰਦੇਸ਼ ਕੀ ਪਹੁੰਚਾਉਣਾ ਚਾਹੁੰਦੇ ਨੇ, ਗੁਰੂ ਸਾਹਿਬ ਤੁਹਾਡੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਟ੍ਰਾਂਸਫਾਰਮ ਕਰਨਾ ਚਾਹੁੰਦੇ ਨੇ। ਪਰ ਗੱਲ ਸਿਰਫ ਇੰਨੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬੜੇ ਹੋਰ ਤਰੀਕੇ ਪੜ੍ਹਦੇ ਹਾਂ, ਸ਼ਰਧਾ ਨਾਲ। ਸ਼ਰਧਾ ਬੜਾ ਪਿਆਰਾ ਸੰਕਲਪ ਹੈ, ਪਰ ਸ਼ਰਧਾ ਦੀ ਜਿਹੜੀ ਜੜ ਹੈ ਉਹ ਵਿਚਾਰ ਤੇ ਗਿਆਨ ਹੋਣਾ ਚਾਹੀਦਾ। ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਵੰਡਰ ਜਿਹੜਾ ਉਹ ਬਣ ਸਕਦਾ ਹੈ ਜੇ ਇਸ ਨੂੰ ਅਸੀਂ ਸਮਝ ਕੇ ਬਿਹਾਈਂਡ ਦੀ ਲਾਈਨ ਵਾਲਾ ਪੜ੍ਹੀਏ। ਅੱਜ ਵਿਸ਼ਵ ਪੱਧਰ ਤੇ ਚਰਚਾ ਚੱਲ ਰਹੀ ਹੈ, ਧਰਮ ਤੇ ਟੈਕਨੋਲੋਜੀ, ਧਰਮ ਤੇ ਸਾਇੰਸ ਨੂੰ ਇੱਕ ਦੂਜੇ ਦੇ ਨੇੜੇ ਕਿਵੇਂ ਲਿਆਂਦਾ ਜਾਵੇ। ਇਹਨਾਂ ਨੂੰ ਇਕਸੁਰ ਕਰਨਾ ਜ਼ਰੂਰੀ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਅੱਜ ਦੀ ਹਰ ਵੱਡੀ ਤੋਂ ਵੱਡੀ ਟੈਕਨੋਲੋਜੀ, ਵੱਡੀ ਤੋਂ ਵੱਡੀ ਨੌਲੇਜ ਜਿਹੜੇ ਹੈ ਉਹ ਪ੍ਰਾਪਤ ਕਰਨ, ਪਰ ਨਾਲ ਆਪਣੇ ਵਿਰਸੇ ਨਾਲ ਵੀ ਜੁੜਨ, ਨਾਲ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਨ। ਇਹ ਤਾਂ ਹੀ ਸੰਭਵ ਹੈ ਜੇ ਦੋਹਾਂ ਦੇ ਪ੍ਰਤੀ ਸਾਡੇ ਮਨਾਂ ਦੇ ਵਿੱਚ ਸਤਿਕਾਰ ਦੀ ਭਾਵਨਾ ਹੋਏਗੀ, ਇੱਜ਼ਤ ਹੋਏਗੀ। ਵਿਗਿਆਨ ਹਰ ਚੀਜ਼ ਨੂੰ ਤੋੜ ਕੇ ਦੇਖਦਾ ਹੈ, ਧਰਮ ਹਰ ਚੀਜ਼ ਨੂੰ ਜੋੜ ਕੇ ਦੇਖਦਾ ਹੈ। ਵਿਗਿਆਨ ਬਾਹਰ ਵੇਖਣ ਦੀ ਕਲਾ ਹੈ, ਧਰਮ ਆਪਣੇ ਅੰਦਰ ਦੀ ਵੇਖਣ ਦੀ ਕਲਾ ਹੈ। ਜ਼ਰੂਰਤ ਧਰਮ ਤੋਂ ਵਿਗਿਆਨ ਵੱਲ ਚੱਲਣ ਦੀ ਲੋੜ ਹੈ। ਵਿਗਿਆਨ ਕੇਵਲ ਤੇ ਕੇਵਲ ਬੋਧਕ ਨਾ ਰਵੇ ਅਤੇ ਧਰਮ ਕੇਵਲ ਤੇ ਕੇਵਲ ਅੰਧ ਵਿਸ਼ਵਾਸ ਨਾ ਰਹੇ। ਇਸ ਲਈ ਸਾਨੂੰ ਬੜੀ ਜ਼ਰੂਰਤ ਹੈ ਅੱਜ ਦੀ ਕਿ ਅਸੀਂ ਮਾਡਰਨ ਟੂ ਮਾਡਰਨ ਐਜੂਕੇਸ਼ਨ ਵੀ ਲਈਏ, ਲੇਕਿਨ ਆਪਣੇ ਵਿਰਸੇ ਨਾਲ, ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸ਼ਬਦ ਗੁਰੂ ਨਾਲ, ਉਸ ਨਾਲ ਵੀ ਜੁੜੀ ਰਹੀ। ਮੈਂ ਤਾਂ ਇਸੇ ਲਈ ਮੈਂ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਗਿਆਨ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀਵਨ ਜਾਚ ਹੈ, ਵੇ ਆਫ ਲਾਈਫ ਹੈ। ਔਰ ਜੇ ਤੁਹਾਡਾ ਜੀਵਨ ਜਾਂ ਵੇ ਆਫ ਲਾਈਫ ਸਚਿਆਰੀ ਹੋਏਗੀ ਤਾਂ ਵਿਗਿਆਨ ਮਨੁੱਖੀ ਜੀਵਨ ਲਈ ਸੁਖਦਾਈ ਹੋਏਗਾ, ਵਰਨਾ ਤਾਂ ਦੁਖਦਾਈ ਹੈ। ਉਹ ਅਸੀਂ ਦੇਖ ਰਹੇ ਹਾਂ, ਅਸੀਂ ਡਿਸਕਸ ਕਰ ਰਹੇ ਹਾਂ। ਕਿੰਨੀ ਖੂਬਸੂਰਤ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਹੁਣ ਇਹ ਚੱਜ ਤੇ ਅਚਾਰ ਕੀ ਹੈ? ਇਹ ਵੇ ਆਫ ਲਾਈਫ ਹੈ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰੋਗੇ, ਕੋਈ ਪ੍ਰੋਬਲਮ, ਕੋਈ ਜੋ ਹੈ ਜਿਹੜੀ ਸਮੱਸਿਆ ਹੈ, ਉਹਦਾ ਤੁਹਾਨੂੰ ਹੱਲ ਮਿਲੇਗਾ। ਦੇਖੋ, ਜੀਵਨ ਇੱਕ ਐਸੀ ਸ਼ਕਤੀ ਹੈ, ਇੱਕ ਐਸੀ એનર્ਜੀ ਹੈ ਜੋ ਹਰ ਜਗ੍ਹਾ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਪੂਰੀ ਯੂਨੀਵਰਸ ਦੇ ਕਣ ਦੇ ਵਿੱਚ ਜਿਹੜੀ ਲਾਈਫ ਹੈ, ਜਿਹੜਾ ਜੀਵਨ ਹੈ, ਵਸੇ ਹੋਇਆ ਇੱਕ ਲੋਹ ਦੀ ਤਰ੍ਹਾਂ ਧੜਕ ਰਿਹਾ ਹੈ। ਇਸ ਦੇ ਅੰਸ਼ ਹਰ ਜਗ੍ਹਾ, ਹਰ ਥਾਂ ਮੌਜੂਦ ਨੇ। ਜੀਵਨ ਦੀ ਲੋਹ ਨੂੰ ਨਿਰਧਾਰਿਤ ਕਰਦੀ ਹੈ ਗਤੀ, ਮੋਸ਼ਨ, ਅਤੇ ਗਤੀ ਨੂੰ ਨਿਰਧਾਰਿਤ ਕਰਦਾ ਹੈ ਨਿਯਮ। ਪਰ ਪ੍ਰਸ਼ਨ ਇਹ ਹੈ ਕਿ ਨਿਯਮ ਕੌਣ ਨਿਰਧਾਰਿਤ ਕਰਦਾ ਹੈ? ਇਹ ਨਿਯਮ ਨਿਰਧਾਰਿਤ ਹੁੰਦੇ ਹਨ ਉਸ ਪਰਮ ਪਿਤਾ ਪਰਮਾਤਮਾ ਦੇ ਹੁਕਮ ਨਾਲ, ਪਰਮਾਤਮਾ ਦੇ ਅਹਿਸਾਸ ਨਾਲ। ਹੁਕਮੇ ਅੰਦਰ ਸਭ ਕੋ, ਬਾਹਿਰ ਹੁਕਮ ਨਾ ਕੋਈ। ਔਰ ਫਿਰ ਕਹਿ ਦਿੱਤਾ ਕਿ ਸਚਿਆਰਾ ਹੋਈਏ, ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਨਾਲ ਕਹਿ ਦਿੱਤਾ ਹੁਕਮ ਰਜਾਈ ਚੱਲਣਾ। ਤੇ ਹੁਕਮ ਰਜਾਈ ਚੱਲਣਾ ਕੀ ਹੈ? ਉਸ ਪਰਮਾਤਮਾ ਦੇ ਨਿਯਮ ਦੇ ਅਨੁਸਾਰ ਜੀਣਾ, ਡਿਸਪਲਿਨ ਵਿੱਚ ਰਹਿਣਾ। ਹੁਣ ਸਵਾਲ ਸਾਡੇ ਬੱਚੇ ਕਰਦੇ ਨੇ ਕਿ ਪਰਮਾਤਮਾ ਕੀ ਹੈ? ਪਰਮਾਤਮਾ ਕੀ ਹੈ? ਕਿੱਥੇ ਹੈ? ਪਰਮਾਤਮਾ ਦਾ ਅਰਥ ਕੀ ਹੈ? ਭਾਵ ਪਰਮਾਤਮਾ ਦਾ ਹੋਣਾ ਕੀ ਹੈ? ਤਾਂ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਰਹੇ ਨੇ।
ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਇਹ ਅਸਤਿਤਵ ਦਾ ਹੋਣਾ ਹੀ ਪਰਮਾਤਮਾ ਦਾ ਹੋਣਾ ਹੈ। ਜੋ ਇਸ ਹੋਣਾ ਨੂੰ ਇਸ ਅਸਤਿਤਵ ਦੇ ਹੋਣੇ ਨੂੰ ਸਮਝ ਲਏਗਾ ਉਹ ਪਰਮਾਤਮਾ ਨੂੰ ਸਮਝ ਲਏਗਾ। ਗੁਰੂ ਗ੍ਰੰਥ ਸਾਹਿਬ ਨੇ ਪਰਮਾਤਮਾ ਨੂੰ ਕੋਈ ਹੋਰ, ਕੋਈ ਦੂਜਾ, ਕੋਈ ਅਲੱਗ ਮੰਨਿਆ ਹੀ ਨਹੀਂ। ਪਰਮਾਤਮਾ ਕਿੱਥੇ ਸੱਤ ਅਸਮਾਨ ਵਿੱਚ ਨਹੀਂ ਹੈ, ਕਿੱਥੇ ਦੂਰ ਮੰਨਿਆ ਹੀ ਨਹੀਂ ਹੈ। ਹਰ ਥਾਂ, ਹਰ ਜਗ੍ਹਾ, ਨੇੜੇ ਤੋਂ ਨੇੜੇ, ਪੂਰੀ ਲਿਵਿੰਗ ਬੀਇੰਗ ਵਿੱਚ, ਘਟ ਵਿੱਚ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਕਿ ਜਿਹੜੀ ਇਹ ਪੂਰੀ ਲਿਵਿੰਗ ਬੀਇੰਗ ਹੈ, ਇਹ ਪੂਰੀ ਨੇਚਰ ਹੈ, ਪੂਰੀ ਯੂਨੀਵਰਸ ਹੈ, ਪਰਮਾਤਮਾ ਇਹਦੇ ਵਿੱਚ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਬੜਾ ਸਪਸ਼ਟ ਕਰ ਰਹੇ ਨੇ ਕਿ ਪਰਮਾਤਮਾ ਕੋਈ ਦੇਹ ਨਹੀਂ ਹੈ, ਪਰਮਾਤਮਾ ਕੋਈ ਬਾਡੀ ਨਹੀਂ ਹੈ, ਸਰੀਰ ਨਹੀਂ ਹੈ। ਪਰਮਾਤਮਾ ਕੇਵਲ ਇੱਕ એનર્ਜੀ ਹੈ, ਪਰਮਾਤਮਾ ਕੇਵਲ ਇੱਕ ਸ਼ਕਤੀ ਹੈ, ਊਰਜਾ ਹੈ। ਸਾਰੀ ਊਰਜਾ ਦਾ ਜਿਹੜਾ ਪਸਾਰਾ ਹੈ, ਕਿੱਥੇ ਊਰਜਾ ਬਨਸਪਤੀ ਹੋ ਕੇ ਸਾਡੇ ਵਿੱਚ ਹੈ, ਕਿੱਥੇ ਊਰਜਾ ਰੰਗ ਬਰੰਗੀ ਹੋ ਕੇ ਫੁੱਲਾਂ ਰਾਹੀਂ ਸਾਡੇ ਵਿੱਚ ਅਸੀਂ ਵੇਖ ਪਾ ਰਹੇ ਹਾਂ, ਕਿੱਥੇ ਊਰਜਾ ਸੂਰਜ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਕਿੱਥੇ ਉਹ ਚੰਨ ਤਾਰਿਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਕਿੱਥੇ ਪੂਰੀ ਲਿਵਿੰਗ ਬੀਇੰਗ ਦੇ ਵਿੱਚ ਘਟ ਵਿੱਚ ਬੋਲ ਤੇ ਸੁਣ ਰਹੇ ਹਾਂ। ਤਾਂ ਮਨੁੱਖ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਅਹਿਸਾਸ ਕਰੇ ਕਿ ਗੋਡ ਇਜ਼ ਐਵਰੀਵੇਅਰ, ਪਰਮਾਤਮਾ ਹਰ ਥਾਂ ਤੇ ਹੈ। ਪਰਮਾਤਮਾ ਇਸ ਹਵਾ ਵਿੱਚ ਹੈ, ਜਿਹੜਾ ਸਾਹ ਲੈਂਦੇ ਆ ਉਹਦੇ ਵਿੱਚ ਵੀ ਪਰਮਾਤਮਾ ਹੈ। ਇਹਨੂੰ ਹੋਰ ਤਰੀਕੇ ਨਾਲ ਮੈਂ ਸਮਝਾਉਣਾ ਚਾਹਾਂ ਕਿ ਦੇਖੋ, ਜੀਵਨ એનર્ਜੀ ਹੈ, ਜਿਵੇਂ ਮੈਂ ਪਹਿਲੇ ਕਿਹਾ, ਔਰ ਇਸ એનર્ਜੀ ਦੇ ਦੋ ਆयाम ਨੇ। ਇਹਨੂੰ ਬੜੀ ਚੰਗੀ ਤਰ੍ਹਾਂ ਸਮਝਣਾ। ਜੇ ਇਹ ਆਪਾਂ ਸਮਝ ਲਈ ਗੱਲ, ਮੈਂ ਸਮਝਦਾ ਕਿ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਨੂੰ ਸਮਝਣ ਵਿੱਚ ਬੜੀ ਆਸਾਨੀ ਰਹੀ। ਊਰਜਾ ਦੇ ਦੋ ਆयाम ਨੇ, ਇੱਕ ਐਗਜ਼ਿਸਟੈਂਸ ਹੈ, ਇੱਕ ਨੌਨ ਐਗਜ਼ਿਸਟੈਂਸ ਹੈ। ਐਗਜ਼ਿਸਟੈਂਸ ਦੇ ਫਿਰ ਦੋ ਆयाम ਨੇ, ਇੱਕ ਅਚੇਤਨ, ਇੱਕ ਚੇਤਨ। ਜਿੰਨੀ ਲਿਵਿੰਗ ਬੀਇੰਗ ਹੈ ਉਹਦੇ ਚ ਅਚੇਤਨ ਨੇ ਤੇ ਚੇਤਨ ਨੇ, ਦੋ ਤਰੀਕੇ ਦੇ ਲੋਕ ਹੈ ਚੀਜ਼ਾਂ। ਜਿਹੜੀ ਚੇਤਨ ਹੈ ਉਹਦੇ ਫਿਰ ਦੋ ਆयाम ਨੇ, ਇੱਕ ਹੈ ਸੈਲਫ ਅਨਕੌਂਸ਼ੀਅਸ, ਸੈਲਫ ਕੌਂਸ਼ੀਅਸ, ਇੱਕ ਸੈਲਫ ਅਨਕੌਂਸ਼ੀਅਸ। ਸਵੇ ਚੇਤਨ, ਇੱਕ ਸਵੇ ਅਚੇਤਨ। ਸਵੇ ਚੇਤਨ ਕੌਣ ਹੁੰਦਾ ਹੈ? ਜਿਹਨੂੰ ਪਤਾ ਹੋਵੇ ਕਿ ਮੈਂ ਕੀ ਹਾਂ, ਮੈਂ ਕੀ ਕਰ ਰਿਹਾ, ਆਪਣੀ ਹੋਂਦ ਦਾ ਪਤਾ ਹੋਵੇ। ਤੇ ਦੂਸਰੀ ਜਿਹੜੀ ਅਨਕੌਂਸ਼ੀਅਸ ਹੈ, ਅਚੇਤਨ ਹੈ, ਉਹ ਜੋ ਆਪਣੇ ਪ੍ਰਤੀ, ਆਪਣੀ ਹੋਂਦ ਦੇ ਪ੍ਰਤੀ ਅਚੇਤਨ ਹੋਵੇ, ਜਿਹਨੂੰ ਪਤਾ ਹੀ ਨਾ ਹੋਵੇ। ਇਹੀ ਫਰਕ ਹੈ ਮਨੁੱਖ ਦਾ ਤੇ ਜਾਨਵਰ ਦਾ। ਮਨੁੱਖ ਕ੍ਰੋਧ ਕਰਦਾ ਹੈ, ਹਿੰਸਾ ਕਰਦਾ ਹੈ, ਵਾਸਨਾ ਕਰਦਾ ਹੈ, ਨਫ਼ਰਤ ਕਰਦਾ ਹੈ, ਇਹ ਉਹਦੇ ਕਰਮ ਨਹੀਂ, ਇਹ ਅਚੇਤਨਤਾ ਹੈ। ਸਵੇ ਅਚੇਤਨਤਾ ਹੈ, ਆਪਣੇ ਆਪ ਦੀ ਚੇਤਨਤਾ ਨਹੀਂ ਰਹੀ ਉਸ ਦੇ ਵਿੱਚ। ਸਾਰਾ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਆਤਮ ਚੇਤਨ ਬਣਾਉਣਾ ਚਾਹੁੰਦਾ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਇੱਕ ਸ਼ਬਦ, ਇੱਕ ਇੱਕ ਅੰਗ ਤੁਹਾਨੂੰ ਸਵੇ ਚੇਤਨ ਬਣਾਉਣਾ ਚਾਹੁੰਦਾ ਹੈ, ਸੈਲਫ ਕੌਂਸ਼ੀਅਸ ਬਣਾਉਣਾ ਚਾਹੁੰਦਾ ਹੈ। ਪੁਰਾਤਨ ਤਰੀਕੇ ਨਾਲ ਦੇਖੀਏ ਤਾਂ ਮਹਾਤਮਾ ਬੁੱਧ ਨੇ ਤ੍ਰਿਸ਼ਨਾ ਨੂੰ ਤੇ ਸ਼ੰਕਰ ਨੇ ਅਗਿਆਨਤਾ ਨੂੰ ਮਨੁੱਖ ਦੇ ਸਾਰੇ ਰੋਗਾਂ ਦੀ, ਤਕਲੀਫਾਂ ਦੀ, ਮੁਸ਼ਕਲਾਂ ਦਾ ਕਾਰਨ ਮੰਨਿਆ। ਬੁੱਧ ਕਹਿੰਦੇ ਨੇ ਕਿ ਦੁਨੀਆ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਅਗਿਆਨਤਾ ਹੈ। ਜਦੋਂ ਗਿਆਨ ਆ ਜਾਵੇਗਾ ਦੁੱਖ ਦੂਰ ਹੋ ਜਾਣਗੇ। ਜਦੋਂ ਸੈਲਫ ਕੌਂਸ਼ੀਅਸਨੈਸ ਆ ਜਾਏਗੀ ਸਾਰੇ ਦੁੱਖ ਦੂਰ ਹੋ ਜਾਣਗੇ। ਪਰ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੀਆਂ ਇਹਨਾਂ ਸਮੱਸਿਆਵਾਂ ਨੂੰ, ਇਹਨਾਂ ਪ੍ਰੋਬਲਮਸ ਨੂੰ ਹੋਰ ਤਰ੍ਹਾਂ ਪੇਸ਼ ਕੀਤਾ। ਗੁਰੂ ਸਾਹਿਬ ਨੇ ਮਨੁੱਖ ਨੂੰ ਸੁੱਖਾਂ ਲਈ, ਸਵਰਗ ਲਈ, ਮੁਕਤ ਹੋਣ ਲਈ ਕਰਮ ਕਾਂਡਾਂ ਰੂਪੀ ਧਰਮ ਕਰਮ ਦੀ ਥਾਂ ਤੇ ਸਚਿਆਰ ਬਣਨ ਦਾ ਫਾਰਮੂਲਾ ਦੱਸਿਆ। ਸਚਿਆਰ ਬਣਨ ਲਈ ਪ੍ਰੇਰਦੇ ਨੇ ਮਨੁੱਖ ਨੂੰ, ਅਤੇ ਸਚਿਆਰ ਬਣਨ ਲਈ ਜਿਹੜੀ ਕੂੜ ਦੀ ਪਾਲ ਹੈ ਉਹ ਤੋੜਨੀ ਪਏਗੀ। ਅਸਲਾ ਜਿਹੜਾ ਮਸਲਾ ਹੈ, ਅਸਲੀ ਮਸਲਾ, ਉਹ ਕੂੜ ਦੇ ਪਰਦੇ ਨੂੰ ਪਰਾਂ ਹਟਾਉਣਾ। ਔਰ ਸਚਿਆਰ ਬਣਨ ਲਈ ਆਪਣੀ ਅੰਤਰਾਤਮਾ ਤੱਕ ਜਾਣਾ ਪਏਗਾ। ਸਚਿਆਰ ਬਣਨ ਲਈ ਸੈਲਫ ਕੌਂਸ਼ੀਅਸ ਹੋਣਾ ਪਏਗਾ। ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ, ਪਰ ਅੰਤਰਾਤਮਾ ਦੇ ਰਸਤੇ ਵਿੱਚ ਇੱਕ obstacle ਹੈ, ਕੂੜ ਦੀ ਦੀਵਾਰ ਜਿਹੜੀ ਕਹੀਏ, ਕੂੜ ਦੀ ਪਾਲ, ਉਹ ਕੀ ਹੈ? ਉਹ ਹੈ ਹਉਮੈ ਐਗਜ਼ੈਕਟ ਜਿਹੜਾ obstacle ਹੈ। ਹਉਮੈ ਦੂਰ ਕਰਨ ਲਈ ਕੇਵਲ ਇੱਕੋ ਰਸਤਾ, ਜਿਹੜਾ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਹੁਕਮ ਰਜਾਈ ਚੱਲਣਾ। ਹੁਕਮ ਜਿਹੜਾ ਹੈ, ਇਹਨੂੰ ਸੁਪਰੀਮ ਵਿਲ ਹੈ, ਉਸ ਪਰਮਾਤਮਾ ਦਾ ਨਿਆਂ ਹੈ। ਇਹਨੂੰ ਵੇਦਾਂ ਵਿੱਚ ਰਿਤ ਕਹਿੰਦੇ ਨੇ। ਤੂੰ ਆਪਣੀ ਇਗੋ ਰੱਖ, ਕਿਉਂਕਿ ਇੱਕ ਗੱਲ ਬੜੀ ਸਪਸ਼ਟ ਕਰ ਦੇਵਾਂ
ਕਿ ਇਹ ਜਿਹੜੇ 5 ਵਿਕਾਰ ਜਿਹਨੂੰ ਗੁਰੂ ਗ੍ਰੰਥ ਸਾਹਿਬ ਚ ਵਿਕਾਰ ਵੀ ਕਿਹਾ ਗਿਆ, ਇਹ ਲਾਈਫ ਲਾਈਨ ਵੀ ਨੇ। ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ, ਇਹਨਾਂ ਦਾ ਹਰ ਇੱਕ ਦਾ ਪਰਪਸ ਹੈ ਜ਼ਿੰਦਗੀ ਦੇ ਜੀਣ ਦਾ। ਇਹ ਪ੍ਰਮਾਤਮਾ ਨੇ ਸਾਨੂੰ ਸਾਡੇ ਸਰੀਰ ਵਿੱਚ ਪਾਈਆਂ ਨੇ, ਇਹ ਪ੍ਰਮਾਤਮਾ ਦੀ ਕ੍ਰੀਏਸ਼ਨ ਹੈ, ਕੋਈ ਇਸ ਨੂੰ ਖਤਮ ਨਹੀਂ ਕਰ ਸਕਦਾ। ਹਾਂ, ਇਹਨਾਂ ਨੂੰ ਡਿਸਪਲਿਨ ਕਰ ਸਕਦਾ ਹੈ। ਜਿਵੇਂ ਪਾਣੀ ਥੱਲੇ ਗਿਰ ਰਿਹਾ ਹੈ, ਤੁਸੀਂ ਪਾਣੀ ਰੋਕ ਨਹੀਂ ਸਕਦੇ, ਤੁਸੀਂ ਪਾਣੀ ਦੀ ਡਾਇਰੈਕਸ਼ਨ ਨੂੰ ਜਿਹੜੀ ਹੈ ਉਹ ਬਦਲ ਸਕਦੇ ਹੋ। ਤਾਂ ਆਪਣੀ ਹਉਮੈ ਨੂੰ, ਆਪਣੇ ਕ੍ਰੋਧ ਨੂੰ, ਆਪਣੀ ਨਫ਼ਰਤ ਨੂੰ ਆਪਣੇ ਅੰਦਰ ਰੱਖ ਕੇ ਉਸ ਸੁਪਰੀਮ ਵਿਲ ਦੇ ਅੰਦਰ ਰੱਖ, ਉਸ ਸੁਪਰੀਮ ਵਿਲ ਦੀ ਜਿਹੜੀ ਹੈ ਉਹਦੀ ਸਰਪ੍ਰਸਤੀ ਮੰਨ ਕੇ, ਹੁਕਮ ਦੇ ਅੰਦਰ ਰਹਿ ਕੇ। ਕਿਉਂਕਿ ਹਰ ਚੀਜ਼ ਲੋਭ, ਜੇ ਤੁਹਾਡੇ ਵਿੱਚ ਲੋਭ ਨਹੀਂ ਹੋਏਗਾ ਤਾਂ ਫਿਰ ਇਹ ਸਮਝ ਲਓ ਕਿ ਫਿਰ ਤੁਸੀਂ ਬਿਜ਼ਨਸ ਕਿਰਤ ਨਹੀਂ ਕਰ ਸਕੋਗੇ। ਜਿਹੜਾ ਹੰਕਾਰ ਹੈ ਸੈਲਫ ਰਿਸਪੈਕਟ ਲਈ ਹੈ। ਇਸ ਲਈ ਜਿਹੜੀ ਹਉਮੈ ਹੈ, ਇਹ ਈਗੋ ਜਿਹੜੀ ਹੈ, ਇਹ ਸੈਲਫ ਰਿਸਪੈਕਟ ਤੇ ਬਹਾਦਰੀ ਦਾ ਜਿਹੜੀ ਹੈ, ਗੁੱਸਾ ਜਿਹੜਾ ਇਹ ਬਹਾਦਰੀ ਤਾਂ ਆਏਗੀ ਜੇ ਤੁਹਾਡੇ ਅੰਦਰ ਗੁੱਸਾ ਆਏਗਾ। ਲੇਕਿਨ ਉਹਦੇ ਅਧੀਨ ਰਹਿ ਕੇ, ਕਹਿੰਦੇ ਨਾ ਲੇਬਰ ਅੰਡਰ ਕਰੈਕਟ ਨੌਲੇਜ ਦੇ ਅੰਦਰ ਜਿਹੜੀ ਤੁਹਾਡੀ ਜਿਹੜੀ ਵੀ ਐਕਟੀਵਿਟੀ ਹੋਏਗੀ, ਜਿਹੜੀ ਉਹਦੇ ਹੁਕਮ ਦੇ, ਕਾਨੂੰਨ ਦੇ, ਨਿਯਮਾਂ ਦੇ ਅਨੁਸਾਰ ਤੁਸੀਂ ਜੋ ਕਰੋਗੇ, ਉਹ ਜਿਹੜੀ ਹੈ ਉਹ ਵੇ ਆਫ ਲਾਈਫ ਹੈ। ਹੁਕਮ ਮੰਨਣ ਵਾਲੇ ਦਾ ਦ੍ਰਿਸ਼ਟੀਕੋਣ ਸਰਵ ਵਿਆਪੀ ਹੋ ਜਾਂਦਾ ਹੈ, ਜਦੋਂ ਕਿ ਹਉਮੈ ਵਾਲਾ ਜਿਹੜਾ ਹੈ ਉਹਦਾ ਦ੍ਰਿਸ਼ਟੀਕੋਣ ਸੰਕੀਰਨਤਾ ਵਿੱਚ ਹੀ ਸੀਮਤ ਰਹਿ ਜਾਂਦਾ ਹੈ, ਉਹ ਛੋਟੇ ਦਾਇਰੇ ਤੱਕ ਸੀਮਤ ਰਹਿ ਜਾਂਦਾ ਹੈ। ਤਾਂ ਗੁਰੂ ਸਾਹਿਬ ਨੇ ਮਨੁੱਖ ਦੇ ਵਿਜ਼ਨ ਵਾਲਾ, ਸਰਵ ਵਿਆਪੀ ਦ੍ਰਿਸ਼ਟੀਕੋਣ ਵਾਲਾ ਸਪਿਰਚੁਅਲ ਵਾਰੀਅਰ ਬਣਾਉਣਾ ਚਾਹੁੰਦੇ ਨੇ ਬੰਦੇ ਨੂੰ। ਪਰਮਾਤਮਾ ਦੀ ਉਸ ਕਿਰਨ ਨਾਲ ਜੋੜਨਾ ਚਾਹੁੰਦੇ ਨੇ ਜਿਹੜੀ ਪਰਮਾਤਮਾ ਨੇ ਹਰ ਮਨੁੱਖ ਦੇ ਵਿੱਚ ਜੋਤ ਰੂਪੀ ਕਿਰਨ ਪਾਈ ਹੋਈ। ਜਾਤ ਮੇਂ ਜੋਤ, ਜੋਤ ਮੇਂ ਜਾਤਾ, ਕਿ ਉਸ ਹਰ ਜਾਤ ਦੇ, ਹਰ ਬੰਦੇ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ। ਸਿਰਫ ਸਾਨੂੰ ਪਤਾ ਨਹੀਂ, ਉਹ ਹਉਮੈ ਕਰਕੇ ਸਾਡੇ ਤੇ ਇਤਨੀ ਜ਼ਿਆਦਾ ਜਿਹੜੀ ਹੈ ਉਹ ਹਉਮੈ ਔਰ ਕਾਮ ਕ੍ਰੋਧ ਜਿਹੜਾ ਹਾਵੀ ਹੈ, ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਅੰਦਰ ਪਰਮਾਤਮਾ ਦੀ ਉਹ ਜੋਤ ਹੈ। ਅੰਦਰ ਦੀ ਜੋਤ ਨੂੰ ਆਇਡੈਂਟੀਫਾਈ ਕਰਨ ਲਈ ਫਿਰ ਗੁਰੂ ਨਾਨਕ ਸਾਹਿਬ ਨੇ ਇੱਕ ਫਾਰਮੂਲਾ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸਮਝੋ ਇਸ ਨੂੰ, ਗੁਰੂ ਨਾਨਕ ਸਾਹਿਬ ਨੇ ਗੁਰੂ ਸ਼ਬਦ ਨੂੰ ਕਿਹਾ, ਚੇਲਾ ਕਿਸ ਨੂੰ ਕਿਹਾ? ਚੇਲਾ ਇਸ ਸਰੀਰ ਨੂੰ ਨਹੀਂ ਕਿਹਾ, ਤੁਹਾਡੀ ਸੁਰਤ ਨੂੰ ਕਿਹਾ ਚੇਲਾ। ਇਹ ਅਗਰ ਸਮਝ ਲਈ ਤੁਸੀਂ ਗੱਲ, ਅਸੀਂ ਗੁਰਦੁਆਰੇ ਜਾਂਦੇ ਹਾਂ, ਇਹ ਗੁਰੂ ਨਾਨਕ ਦਾ ਸਕੂਲ ਹੈ, ਦੇ ਰੂਪ ਵਿੱਚ ਜਾਂਦੇ ਹਾਂ, ਤਾਂ ਗੁਰੂ ਨਾਨਕ ਦੇ ਸਕੂਲ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਹੈ ਉਹ ਦੇ ਰੂਪ ਵਿੱਚ ਸੰਗਤ ਦੇ ਤਾਂ ਦਰਸ਼ਨ ਹੋ ਗਏ, ਜਾਣਾ ਬਹੁਤ ਸ਼ੁਭ। ਲੇਕਿਨ ਗੁਰੂ ਨਾਨਕ ਦੇ ਸਕੂਲ ਵਿੱਚ ਜਦ ਤੱਕ ਸ਼ਬਦ ਨਾਲ ਸੁਰਤ ਦਾ ਮੇਲ ਨਹੀਂ ਹੋਇਆ, ਤਾਂ ਫਿਰ ਮੇਰੇ ਅਨੁਸਾਰ, ਮੈਨੂੰ ਮਾਫ ਕਰਨਾ, ਫਿਰ ਮੇਰੇ ਅਨੁਸਾਰ ਗੁਰੂ ਨਾਨਕ ਦੇ ਸਕੂਲ ਵਿੱਚ ਹਾਜ਼ਰੀ ਨਹੀਂ ਲੱਗੀ, ਅਟੈਂਡੈਂਸ ਨਹੀਂ ਲੱਗੀ। ਮਨ ਨੂੰ ਸੁਰਤ ਨਾਲ, ਸ਼ਬਦ ਰਾਹੀਂ ਸੁੱਚਾ ਕਰਨਾ ਪੈਂਦਾ ਹੈ, ਸੁੱਚਾ ਹੁੰਦਾ ਹੈ। ਸੁੱਚਾ ਤੋਂ ਭਾਵ ਡਿਸਪਲਿਨ ਕਰਨਾ ਪਵੇਗਾ, ਅਨੁਸ਼ਾਸਿਤ ਕਰਨਾ ਪਵੇਗਾ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਸੋਇਆ ਹੋਇਆ ਮਨ ਜਿਹੜਾ ਹੈ ਉਹਨੂੰ ਜਗਾਣਾ ਹੈ, ਉਹ ਪਰਮਾਤਮਾ ਦੇ ਅਹਿਸਾਸ ਨਾਲ, ਸ਼ਬਦ ਰਾਹੀਂ ਸੁਰਤ ਨੂੰ ਸੋਧ ਕੇ ਸਵੇ ਅਚੇਤਨ ਨੂੰ ਸਵੇ ਚੇਤਨ ਮਨੁੱਖ ਵਿੱਚ ਤਬਦੀਲੀ ਕਰਦਾ ਹੈ। ਔਰ ਉਹਦੀ ਵਿਧੀ ਕੀ ਕਹੀਏ ਗੁਰੂ ਗ੍ਰੰਥ ਸਾਹਿਬ ਨੇ? ਮਨ ਮਾਰੇ ਜੀਵਤ ਮਰ ਜਾਣ, ਕਿ whosoever discipline his mind, ਜਿਨੇ ਆਪਣੇ ਮਨ ਨੂੰ ਜੋ ਡਿਸਪਲਿਨ ਕਰ ਲਿਆ, ਉਹ ਇਸ ਜ਼ਿੰਦਗੀ ਦੇ ਰਹੱਸ ਨੂੰ ਸਮਝ ਜਾਏਗੀ। ਕਿਉਂਕਿ ਸਾਡੇ ਸਾਰੇ ਦੁੱਖਾਂ ਤਕਲੀਫਾਂ ਦਾ ਜਿਹੜਾ ਕਾਰਨ ਹੈ ਉਹ ਮਨ ਹੈ। ਉਹ ਕਾਰਨ ਵੀ ਦੱਸ ਦਿੱਤਾ, ਕਬੀਰ ਮਨ ਪੰਖੀ ਪਿਓ ਉੱਡ ਉੱਡਦਾ ਦਿਸ ਜਾਏ। ਮਨ ਨੂੰ ਸਵੇ ਚੇਤਨ ਕਰਨ ਲਈ, ਕਿਉਂਕਿ ਮਨ ਇੱਕ ਥਾਂ ਤੇ ਟਿਕਦਾ ਨਹੀਂ, 10 ਦਿਸ਼ਾਵਾਂ ਵਿੱਚ ਚਲ ਜਾਂਦਾ ਹੈ। ਇਸ ਲਈ ਮਨ ਨੂੰ ਇੱਕ ਥਾਂ ਤੇ ਟਿਕਾਣ ਲਈ ਉਹ ਮਨ ਨੂੰ ਡਿਸਪਲਿਨ ਕਰਨਾ ਪਏਗਾ। ਉਹ ਹੋਏਗਾ ਸੁਰਤ ਰਾਹੀਂ, ਸ਼ਬਦ ਰਾਹੀਂ। ਤਾਂ ਇਸ ਕੰਟੈਸਟ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਟੀਚਿੰਗਸ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ gives us the formula of soul searching, gives us the formula of how to design mind, how to design brain. मैं एक उदाहरण देना तुहानू गुरबाणी दा। कहो कबीर प्रगट भई खेड, लेले को चूंगे नित भेड़, राम रमत मत प्रगटी आई।
कहो कबीर गुर सोजी पाई। लो समझो इस, मैं जिहड़ी गल पहले कही ना, रीड बिहाइंड दी लाइन, हुण इस शब्द दे विच कबीर साहब कह रहे ने गुरु ग्रंथ साहब विच, कहो कबीर प्रगट पई खेड़, कि इस संसार विच, इस ब्रह्मांड विच, इस यूनीवर्स विच एक अजीब तरीके की खेड चल रही है, खेड हो रही है। लेले को चूंगे नित भेड़, कि भेड़ जिहड़ी है वो लेले नूं चुंग रही है। एक मां एक बच्चे दी फीड लै रही है। हुण इहदा की मतलब हो सकता है? ये बिहाइंड दी लाइन दा मतलब ये है कि जिहड़ा इत्थे भेड़ है ये माया है, और जिहड़ा लेला है जीव है। कि असी माया दे पिछे भजदे हैं और सोचते हैं कि असी माया असी जिहड़ी है इंजॉय कर रहे हैं, असी माया जिहड़ी है उसनूं यूज कर रहे हैं। कबीर साहब कह रहे ने, गुरु ग्रंथ साहब कह रहे ने, नहीं, तू माया नूं नहीं इंजॉय कर रहा, माया तैनूं इंजॉय कर रही है। तू दिन ब दिन जिहड़ा घट रहा है, तू दिन ब दिन जिहड़ी तेरी आत्मा है, ये जिहड़ी आत्मा दा लेवल थल्ले जा रहा है, ये माया करके जा रहा है। फिर अगे की कह रहे हैं, राम रमत मत प्रगटी आई। जदों मैं परमात्मा दा मैनूं एहसास होया, मेरी मत जिहड़ी है उहदे च जिहड़ी है रोशनी आई, कहो कबीर गुर सोजी पाई। फिर मैनूं सोझी आ गई कि जिहड़ी ये माया है, ये ही सारियां मुश्किलां दा, सारियां समस्यावां दा जिहड़ा ये कारण है। कहो कबीर प्रगट भई खेड़, लेले को चूंगे नित भेड़, राम रमत मत प्रगटी आई, कहो कबीर गुर सोजी पाई। हुण अगली गल करिए, ये असीं मन दी गल कीती, तां मैं थोड़ा जिहा तुहानूं गुरु ग्रंथ साहिब शब्द गुरु दा जिहड़ी सिरजना हुई उहदे बड़े कारण सी कि भारतीय परंपरा विच त्यागवादी रुचियां कारण संसार नूं छड्डण करके, ये माया है संसार इहनूं छड्डना है, धर्म ने जिंदगी नूं पिठ दिखाई हुई सी। जिन्ना कोई भुखा रहना, अपने शरीर नूं तसीहे देने, यू आर नॉट योर बॉडी कहा जाता सी, कि तू शरीर नहीं, तू सिर्फ आत्मा है। तो गुरु ग्रंथ साहब दे सिद्धांतां ने, गुरु ग्रंथ साहब दी विचारधारा ने धर्म दा मुंह जिंदगी वाल, और गुरु ग्रंथ साहब ने हुक्म कर दिता, खुल दे देती, हसंदियां खिलंदियां पहनंदियां खवंदियां विचे होवे मुक्त। भारतीय परंपरा विच एक मिथ बन गई सी कि संसार मुक्त होना ते संसार नूं त्याग दिओ, सारा कुछ त्याग दिओ। पर गुरु साहब ने, गुरु ग्रंथ साहब ने कहा कि इस संसार विच रह के हसंदियां खिलंदियां पहनंदियां खवंदियां विचे होवे। कितना बड़ा फलसफा ये सानू गुरु ग्रंथ साहब ने जो है प्रदान किया। संसार दे दुनियावी हर काम करो, मुक्त होने लई संसार छड्डण दी जरूरत नहीं है। और मुक्त होना की है? मन तो मुक्त होना है। इसलिए मैं कहते ना कि मैं अज भी किसी गल कर रहा सी, मैं कह रहा सी सुकरात जिहदी मैं गल कीती, वो कहंदा जरूरत सिर्फ ज्ञान प्राप्त करने दी नहीं है, जरूरत बल्कि जरूरत अज्ञानता दूर करने दी है। ये जिहड़ियां परंपरावां सी, अज्ञानता सी, उस गुरु साहब ने जो है ना वो इतनी वड्डी एक नवीं दिशा दी। हुण इसे तरह ही धार्मिक अज्ञानता दे बोल वाले कारण अलग अलग मजहबां ने परमात्मा तक नूं वंडिया होया सी। परमात्मा दे नां दे उत्ते मजहबी टकराव हुंदा सी। गुरु नानक साहब ने परमेश्वर ते अल्लाह नूं नकारिया नहीं, ये ध्यान रखना, बल्कि ओंकार दे अगे एक दा मैथमेटिक न्यूमेरिकल एक लगा के परमात्मा संबंधी लोकां दी मेंटैलिटी, लोकां दी मानसिकता बदल दी। सारियां बछावां तो उत्ते कर दिता परमात्मा ने, परमात्मा नूं सब नावां तो मुक्त कर दिता। गणत दे एक लगा के परमात्मा नूं वंड मुक्त कर दिता कि परमात्मा वंडिया नहीं जा सकता, ओनली वन, मैथमेटिकल वन। तो परम सत दा प्रतीक एक ओंकार एक ऐसा चिन्ह प्रगट कर दिता जिस विच सारी मनुखता ते ब्रह्मंड एक हो जाते हैं। ओंकार दी सार्थकता इस गल विच है कि जे ईश्वर एक है तो फिर उसकी बनाई जितनी लिविंग बीइंग है, जितनी लुकाई है,
ਇਹ ਵੀ ਸਭ ਇੱਕੋ ਜਿਹੀ ਹੈ। ਇਹ ਜਿਹੜਾ ਭੇਦ ਭਾਵ, ਇਹ ਬ੍ਰਾਹਮਣ ਉੱਚਾ, ਇਹ क्षत्रिय है, ये शूद्र है, फिर क्यों? अव्वल अल्लाह नूर पाया कुदरत के सब बंदे, एक नूर ते सब कौन भले को मंदे। ये ਜਿਹੜਾ ਲੋਕ ਭਰਮ ਨਾ ਭੁੱਲੇ ਭਾਈ, ਇਹ ਜਿਹੜੇ ਭਰਮਾਂ ਦੇ ਵਿੱਚ ਪਏ ਹੋਏ ਸੀ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਥਾਈ, ਹਰ ਥਾਂ ਦੇ ਉੱਤੇ ਪਰਮਾਤਮਾ ਜਿਹੜਾ ਹੈ ਉਹ ਉੱਥੇ ਪਹੁੰਚ ਗਿਆ। ਇਹ ਕਹਿੰਦੇ ਅਨੇਕ ਹੈ ਫਿਰ एक है। देखो आज 21वीं सेंचुरी च ਅਸੀਂ जी रहे हैं, ਕਿਸੇ ਟਾਈਮ ਛੂਆ-ਛਾਤ, ਅਨਟੱਚੇਬਿਲਟੀ ਦੀ ਗੱਲ ਦੇ ਜਿਹੜੇ ਭੇਦਭਾਵ ਅੱਜ ਵੀ ਛੋਟੀਆਂ ਥਾਵਾਂ ਤੇ ਹੁੰਦੇ ਨੇ, ਤੇ ਮੈਂ ਜਿਹੜੀ ਰੈਲੀਵੈਂਸ ਗੁਰੂ ਗ੍ਰੰਥ ਸਾਹਿਬ ਦੀ ਸਮਝਾਉਣਾ ਚਾਹਨਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਜਿਹੜਾ ਉਹ ਅਨਟੱਚੇਬਿਲਟੀ ਜਿਹੜੀ ਉਹ ਛੂਆ-ਛਾਤ ਦੀ ਗੱਲ ਹੈ, ਜਿਹੜੀ ਫਿਜ਼ੀਕਲ ਛੂਆ-ਛਾਤ ਦੀ ਗੱਲ ਸੀ, ਸਰੀਰਕ ਤੌਰ ਤੇ ਛੂਆ-ਛਾਤ ਦੀ ਗੱਲ ਸੀ, ਕੋਈ ਛੋਟੀ ਜਾਤ ਵਾਲਾ ਜਾ ਰਿਹਾ ਉਹਦੇ ਕੋਲੋਂ ਵੀ ਨਹੀਂ ਚੱਕਣਾ, ਬਲਕਿ ਉਹਦੀ ਜਿਹੜੀ ਪਰਛਾਈ ਵੀ ਪੈ ਜਾਂਦੀ ਸੀ ਤਾਂ ਉਹ ਉਸ ਤੋਂ ਦੂਰ ਹੋ ਜਾਂਦੇ ਸੀ। ਉਹ ਸੰਗਤ ਤੇ ਪੰਗਤ ਦੇ ਕਨਸੈਪਟ ਰਾਹੀਂ ਉਹ ਅਸੀਂ ਇੱਕ ਲੈਕਚਰ ਕਰਾਂਗੇ ਬਾਅਦ ਵਿੱਚ, ਉਸ ਦੇ ਸੰਗਤ ਤੇ ਪੰਗਤ ਦੇ ਸਿਧਾਂਤ ਰਾਹੀਂ ਉਸ ਛੂਆ-ਛਾਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਅੱਜ 21ਵੀਂ ਸੈਂਚੁਰੀ ਦੇ ਵਿੱਚ ਫਿਜ਼ੀਕਲ ਅਨਟੱਚੇਬਿਲਟੀ ਤਾਂ ਅਲੱਗ ਹੋ ਗਈ, ਅੱਜ ਆਈਡੀਓਲੋਜੀਕਲ ਅਨਟੱਚੇਬਿਲਟੀ ਨੇ, ਵਿਚਾਰਾਂ ਦੀ ਜਿਹੜੀ ਹੈ ਇਹਦੇ ਚ ਅਨਟੱਚੇਬਿਲਟੀ ਆ ਰਹੀ ਹੈ, ਇਹਦੇ ਛੂਆ-ਛਾਤ ਆ ਰਹੀ ਹੈ। ਇਹ ਸਿੱਖ ਨੇ ਕਿਹਾ ਹੈ, ਇਹ ਮੁਸਲਮਾਨ ਨੇ ਕਿਹਾ ਹੈ, ਹਿੰਦੂ ਨੇ ਕਿਹਾ ਹੈ, ਜੇ ਮੈਂ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਆ ਤੇ ਇਹਨੂੰ ਸੁਸਾਇਟੀ ਚੋਂ ਬਾਹਰ ਕੱਢ ਦਿਓ। ਅਨਟੱਚੇਬਿਲਟੀ ਨੂੰ ਗੁਰੂ ਗ੍ਰੰਥ ਸਾਹਿਬ ਨਕਾਰਦੇ ਨਹੀਂ ਨੇ, ਇਸ ਨੂੰ ਵੀ ਸੰਬੋਧਨ ਕੀਤਾ ਗੁਰੂ ਗ੍ਰੰਥ ਸਾਹਿਬ ਨੇ, ਜਿਹੜੀ ਇਹ ਵਿਚਾਰਾਂ ਦੀ ਜਿਹੜੀ ਅਨਟੱਚੇਬਿਲਟੀ। ਦੇਖੋ ਕਿਤਨੀ ਰੈਲੀਵੈਂਸ ਹੈ ਗੁਰੂ ਗ੍ਰੰਥ ਸਾਹਿਬ ਦੀ। 400 ਸਾਲ ਪਹਿਲੇ ਇਹ ਜਿਹੜੀ ਆਈਡੀਓਲੋਜੀਕਲ ਜਿਹੜੀ ਅਨਟੱਚੇਬਿਲਟੀ ਦੀ ਇਹਦੀ ਕੋਈ ਗੱਲ ਨਹੀਂ ਸੀ। ਅੱਜ 21ਵੀਂ ਸੈਂਚੁਰੀ ਦੇ ਵਿੱਚ ਆਈਡੀਓਲੋਜੀਕਲ ਜਿਹੜੀ ਅਨਟੱਚੇਬਿਲਟੀ ਹੈ, ਗੁਰੂ ਗ੍ਰੰਥ ਸਾਹਿਬ ਉਹਨੂੰ ਵੀ ਸੰਬੋਧਨ ਹੋ ਰਹੇ ਨੇ, ਕਿਉਂਕਿ ਸਹੂਲਤਾਂ ਮੁਤਾਬਕ ਨਾ ਪਸੰਦ ਲੋਕਾਂ ਨੂੰ ਸੁਸਾਇਟੀ ਚੋਂ ਬਾਹਰ ਕੀਤਾ ਜਾ ਰਿਹਾ ਹੈ। ਅਸੀਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ। ਦਾ ਇੱਕ ਉਦਾਹਰਨ ਦੇਣਾ, ਅਸੀਂ ਰੋਜ਼ ਪੜ੍ਹਦੇ ਹਾਂ ਅਸੰਖ ਦੀਆਂ ਪੌੜੀਆਂ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ, ਹਾਂਜੀ, ਫਿਰ ਆ ਜਾਂਦਾ ਹੈ ਅਸੰਖ ਪੂਜਾ, ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ। ਉਸ ਤੋਂ ਬਾਅਦ ਜਿਹੜੀ ਹੈ ਗੱਲ ਜਿਹੜੀ ਮੈਂ ਤੁਹਾਡੇ ਤੱਕ ਡਿਲੀਵਰ ਕਰਨਾ ਚਾਹਨਾ, ਉਹ ਇਹ ਕਹਿਣਾ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਵੀ ਧਰਮ ਨੂੰ, ਕਿਸੇ ਧਰਮ ਗ੍ਰੰਥ ਨੂੰ ਕਿਸੇ ਨੂੰ ਵੀ ਨਕਾਰਿਆ ਨਹੀਂ ਹੈ। ਗੁਰੂ ਸਾਹਿਬ ਨੇ ਜਪ ਬਾਣੀ ਵਿੱਚ ਇਹ ਅਸੰਖ ਦੀ ਪੌੜੀਆਂ ਜਿਹੜੀ ਡਾਇਵਰਸਿਟੀ ਤੇ ਪਲੂਰਿਜ਼ਮ ਤੇ ਇਨਕਲੂਜਨ ਦੀ ਗੱਲ ਕੀਤੀ ਹੈ। ਜਦੋਂ ਅਸੰਖ ਗ੍ਰੰਥ ਮੁਖ ਵੇਦ ਪਾਠ ਕਹਿ ਰਹੇ ਤੇ ਪਾਸਿੰਗ ਰੈਫਰੈਂਸ ਵਿੱਚ ਕਿਸੇ ਵੀ ਗ੍ਰੰਥ ਨੂੰ ਨਕਾਰ ਨਹੀਂ ਰਹੇ, ਸੱਚ ਨੂੰ ਨਕਾਰ ਨਹੀਂ ਰਹੇ, ਸਭ ਦੀ ਹੋਂਦ ਦੱਸ ਰਹੇ ਨੇ। ਇਹ ਗੱਲ ਧਿਆਨ ਰੱਖਣਾ। ਅਲੱਗ-ਅਲੱਗ ਫਿਤਰਤ ਦੇ ਲੋਕਾਂ ਨੂੰ, ਚਾਹੇ ਉਹ ਮੂਰਖ ਹੋਣ, ਚੋਰ ਹੋਣ, ਹਰਾਮਖੋਰ ਹੋਣ, ਪਾਪੀ ਹੋਣ, ਚਾਹੇ ਕੂੜੇ ਹੋਣ, ਨਿੰਦਕ ਹੋਣ, ਉਹਨਾਂ ਨੂੰ ਬਾਈਕਾਟ ਕਰਨ ਲਈ ਨਹੀਂ ਕਹਿ ਰਹੇ, ਉਹਨਾਂ ਨੂੰ ਰਿਜੈਕਟ ਕਰਨ ਲਈ ਨਹੀਂ ਕਹਿ ਰਹੇ, ਬਲਕਿ ਉਹਨਾਂ ਦੀ ਹੋਂਦ ਨੂੰ ਐਕਸੈਪਟ ਕਰ ਰਹੇ ਨੇ, ਐਕਨੋਲੇਜ ਕਰ ਰਹੇ ਨੇ, ਦੱਸ ਰਹੇ ਨੇ ਕਿ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਹਨ, ਪਾਪੀ ਵੀ ਨੇ, ਭਗਤ ਵੀ ਨੇ, ਬੜੇ ਗ੍ਰੰਥ ਵੀ, ਬੜੇ ਧਾਰਮਿਕ ਗ੍ਰੰਥ ਵੀ ਨੇ। ਇਸ ਲਈ ਐਕਨੋਲੇਜ ਕਰਦੇ ਨੇ ਉਹਨਾਂ ਨੂੰ, ਇਸ ਲਈ ਐਕਸੈਪਟ ਕਰਦੇ ਨੇ ਕਿ ਜੇ ਰਿਫਾਰਮ ਲਿਆਣਾ ਹੈ, ਜੇ ਟਰਾਂਸਫੋਰਮੇਸ਼ਨ ਕਰਨੀ ਹੈ, ਸੋਸ਼ਲ ਰਿਫਾਰਮ ਲਿਆਣਾ ਹੈ, ਉਹਦੇ ਲਈ ਐਕਸੈਪਟੈਂਸ ਬੇਸ ਦੀ ਬਹੁਤ ਜ਼ਰੂਰਤ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਸਾਰਿਆਂ ਦੀ ਹੋਂਦ ਨੂੰ ਸਵੀਕਾਰ ਕਰੋ, ਐਕਸੈਪਟ ਦਾ ਆਇਡੈਂਟੀਟੀ ਆਫ ਅਦਰਸ। ਜੇ ਸੱਜਣ ਠੱਗ ਨੂੰ, ਕੋਡੇ ਰਾਕੇਸ਼ ਨੂੰ, ਮਲਿਕ ਭਾਗੇ ਨੂੰ ਸਹੀ ਰਸਤੇ ਤੇ ਲਿਆਏ ਨੇ ਤਾਂ ਉਹ ਪਹਿਲੇ ਉਹਨਾਂ ਨੂੰ ਇਕਨੋਲੇਜ ਕੀਤਾ ਹੈ, ਉਹਨਾਂ ਨਾਲ ਕਮਿਊਨੀਕੇਸ਼ਨ ਕੀਤੀ ਹੈ, ਸਹਿਜ ਨਾਲ, ਪਿਆਰ ਨਾਲ ਉਹਨਾਂ ਨੂੰ ਬਿਠਾ ਕੇ ਗੱਲ ਕੀਤੀ ਹੈ, ਤਾਂ ਹੀ ਤਾਂ ਉਹਨਾਂ ਦੇ ਵਿੱਚ ਚੇਂਜ ਲਿਆਂਦਾ ਹੈ। ਅਸੰਖ ਵਾਲੀ ਪੌੜੀਆਂ ਦੇ ਵਿੱਚ ਮੈਂ ਫਿਰ ਕਹਾਂ, ਰੀਡ ਬਿਹਾਈਂਡ ਦੀ ਲਾਈਨ ਦਾ ਮਤਲਬ ਸਮਝੋ। ਅਸੰਖ ਵਾਲੀ ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਹਨਾਂ ਦਾ ਭਲਾ ਕਰਨ ਲਈ, ਉਹਨਾਂ ਨੂੰ ਐਕਸੈਪਟ ਕਰਨ ਲਈ ਕਿਹਾ ਹੈ ਜਿਹਨੂੰ ਸਮਾਜ ਘਿਰਨਾ ਕਰਦਾ ਹੈ। ਉਹਨਾਂ ਨੂੰ ਪਿਆਰ ਕਰਨਾ ਕੋਈ ਖਾਸ ਗੱਲ ਨਹੀਂ ਹੁੰਦੀ ਆਮ ਜ਼ਿੰਦਗੀ ਦੇ ਵਿੱਚ,
ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋ। ਇਹ ਕੋਈ ਖਾਸ ਗੱਲ ਨਹੀਂ ਹੈ। ਸਾਨੂੰ ਸਮਝਾ ਰਹੇ ਨੇ ਕਿ ਆਪਣੇ ਅਤੇ ਸਮਾਜ ਦੇ ਦੁਸ਼ਮਣਾਂ ਨੂੰ ਇਸ ਆਸ ਨਾਲ ਪਿਆਰ ਕਰੋ, ਇਸ ਆਸ ਨਾਲ ਐਕਸੈਪਟ ਕਰੋ ਕਿ ਉਹਨਾਂ ਦੇ ਅੰਦਰ ਤੁਹਾਡੇ ਲਈ ਪਿਆਰ ਜਾਗ ਜਾਵੇ, ਤੁਹਾਡੇ ਲਈ ਜਿਹੜੀ ਉਹਦੀ ਕੁਦਰਤੀ ਸਮਰੱਥਾ ਹੈ ਪੂਰੀ ਇਸ ਲਿਵਿੰਗ ਬੀਇੰਗ ਵਿੱਚ ਵਿਚਰਨ ਦੀ, ਉਹ ਸਮਰੱਥਾ ਮੁੜ ਜਾਗ ਪਵੇ। ਦੇਖੋ, ਮਨੁੱਖੀ ਸ਼ਖਸੀਅਤ ਦਾ ਇਸ ਤਰ੍ਹਾਂ ਟਰਾਂਸਫੋਰਮੇਸ਼ਨ, ਇਸ ਤਰ੍ਹਾਂ ਰੂਪਾਂਤਰਨ ਕਰਨਾ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ, ਕਰਨਾ ਚਾਹ ਰਹੇ ਨੇ, ਜਿੱਥੇ ਵੈਰ ਵਿਰੋਧ ਵਿਤਕਰੇ ਬੇਗਾਨਗੀ ਵਰਗੇ ਸਮਾਜ ਨੂੰ ਵੰਡਣ ਵਾਲੇ ਜਿਹੜੇ ਜਿੰਨੇ ਵੀ ਸੰਦਰਭ ਨੇ ਉਹ ਮਹੱਤਵਪੂਰਨ ਹੋ ਜਾਣ। ਫਿਰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਸੰਸਾਰੀ ਬਣਨ ਲਈ ਗੁਰੂ ਸਾਹਿਬ ਨਹੀਂ ਕਹਿ ਰਹੇ, ਸੰਸਾਰ ਦਾ ਬਣ ਕੇ ਜੀਵਨ ਬਤੀਤ ਕਰਨ ਲਈ ਕਹਿ ਰਹੇ। ਸੰਸਾਰ ਦਾ ਬਣਨ ਲਈ ਫਿਰ ਕਿਰਤ ਕਰਨੀ ਬੜੀ ਜ਼ਰੂਰਤ ਹੈ। ਗੁਰੂ ਨਾਨਕ ਨੇ ਜਿਹੜੇ 3 ਸਿਧਾਂਤ ਦਿੱਤੇ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਹੁਣ ਇੱਥੇ ਧਿਆਨ ਦੇਣਾ ਇੱਕ ਗੱਲ, ਗੁਰੂ ਗ੍ਰੰਥ ਸਾਹਿਬ ਇੱਕ ਬੜਾ ਜੋ ਹੈ ਉਹਨੂੰ ਅਸੀਂ ਕਹਿੰਦੇ ਹਾਂ ਕਿ ਸਪਿਰਿਚੁਅਲ ਸਕ੍ਰਿਪਚਰ ਹੈ, ਧਰਮ ਗ੍ਰੰਥ ਹੈ, ਔਰ ਉਸ ਵਿੱਚ ਕਿਰਤ ਦੀ ਗੱਲ ਵੀ ਹੈ ਤੇ ਨਾਮ ਜਪਣ ਦੀ ਗੱਲ ਹੈ। ਪਰ ਗੁਰੂ ਨਾਨਕ ਸਾਹਿਬ ਨੇ ਪਹਿਲੇ ਕਿਰਤ ਕਿਹਾ, ਫਿਰ ਨਾਮ ਜਪਣਾ ਕਿਹਾ। ਇਸ ਗੱਲ ਨੂੰ ਸਮਝ, ਜਦੋਂ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਗਾਲ ਖਾਏ ਕਿਛ ਹੱਥੋਂ ਦੇ, ਇਹ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਭਾਵ ਮਨੁੱਖ ਦੀ ਅੰਦਰ ਦੀ ਅੰਤਰ ਦ੍ਰਿਸ਼ਟੀ ਤੇ ਬਾਹਰ ਦੀ ਦ੍ਰਿਸ਼ਟੀ, ਇਹਨੂੰ ਸਮਝਣਾ, ਆਪਸ ਵਿੱਚ ਕਿਰਿਆਮਤ ਕਰ ਰਹੇ ਨੇ। ਜਿਹੜਾ ਨਾਮ ਜਪਣਾ ਹੈ ਇਹ ਅੰਤਰ ਦ੍ਰਿਸ਼ਟੀ ਹੈ, ਕਿਰਤ ਕਰਨਾ ਇਹ ਬਾਹਰੀ ਦ੍ਰਿਸ਼ਟੀ ਹੈ, ਵੰਡ ਛਕਣਾ ਬਾਹਰੀ ਦ੍ਰਿਸ਼ਟੀ ਹੈ। ਔਰ ਧਿਆਨ ਰੱਖਣਾ, ਜਿਹੜਾ ਨਾਮ ਨਹੀਂ ਜਪੇਗਾ, ਜਿਹਨੂੰ ਪ੍ਰਮਾਤਮਾ ਜਿਹਦੇ ਅੰਦਰ ਨਹੀਂ ਹੋਏਗਾ, ਜਿਹਦੇ ਅੰਦਰ ਪ੍ਰਮਾਤਮਾ ਦਾ ਅਹਿਸਾਸ ਨਹੀਂ ਹੋਏਗਾ, ਉਹ ਵੰਡ ਕੇ ਛਕ ਨਹੀਂ ਸਕਦਾ, ਉਹ ਆਪਣਾ ਵੰਡ ਹੀ ਨਹੀਂ ਸਕਦਾ। ਇਸ ਲਈ ਗੁਰੂ ਸਾਹਿਬ ਨੇ ਜਿਹੜਾ ਇੱਕ ਹੁੰਦਾ ਵਿਕਾਸ, ਇੱਕ ਹੁੰਦਾ ਵਿਗਾਸ, ਮੈਂ ਆਨਾ ਉੱਥੇ, ਤਾਂ ਆਪਸ ਵਿੱਚ ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ, ਯੂਨੀਵਰਸਲ ਵੈਲਫੇਅਰ ਐਂਡ ਯੂਨੀਵਰਸਲ ਕੰਸਰਨ, ਇਸ ਨੂੰ ਜੀਵਤ ਕੀਤਾ। ਤੇ ਫਿਰ ਕਹਿਤਾ ਨਾਨਕ ਭਗਤਾ ਸਦਾ ਵਿਕਾਸ, ਨਾਨਕ ਵਿਕਸੇ ਵੇ ਪ੍ਰਵਾਹ ਵਾਲਾ ਅਨੁਭਵ। ਜਦੋਂ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਆ ਜਾਏਗਾ, ਫਿਰ ਇਹ ਹੈ ਨਾਨਕ ਵਿਕਸੇ ਵੇ ਪ੍ਰਵਾਹ ਵਾਲਾ ਅਨੁਭਵ। ਇੱਥੇ ਸਮਝਣਾ ਕਿ ਵਿਕਾਸ ਦਾ ਗਿਆਨ ਸ਼ਾਸਤਰ ਹੋ ਰਿਹਾ, ਵਿਕਾਸ ਦਾ ਹੋ ਰਿਹਾ। ਇੱਥੇ ਵਿਕਾਸ ਕਿਹਾ ਗੁਰੂ ਨਾਨਕ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਨੇ। ਵਿਕਾਸ ਤਰੱਕੀ ਹੈ ਜ਼ਿੰਦਗੀ ਦੀ, ਲੇਕਿਨ ਵਿਕਾਸ ਦੇ ਵਿੱਚ ਤਰੱਕੀ ਦੇ ਨਾਲ ਅੰਦਰ ਦਾ ਖੇੜਾ ਵੀ ਹੈ। ਵਿਕਾਸ ਦੇ ਅਰਥ ਬੜੇ ਵਸੀਹ ਨੇ। ਵਿਕਾਸ ਵਿੱਚ ਵਿਕਾਸ ਦੇ ਨਾਲ ਅੰਦਰੂਨੀ ਖੇੜਾ ਵੀ ਹੁੰਦਾ ਹੈ। ਵਿਕਾਸ ਜਿਹੜਾ ਹੈ ਇਹ ਮਾਈਕਰੋ ਇਕਨੋਮਿਕਸ ਹੈ, ਵਿਕਾਸ ਜਿਹੜਾ ਹੈ ਇਹ ਮੈਕਰੋ ਇਕਨੋਮਿਕਸ ਹੈ। ਕਿਉਂਕਿ ਵਿਕਾਸ ਤਾਂ ਆਏਗਾ ਜਦੋਂ ਵੰਡ ਛਕਣਾ ਆ ਜਾਏ। तो विकास विच सौंदर्य है, सौंदर्य अनुभव शामिल होता है। तो किरत करो, नाम जपो, वंड छको भाव मैक्रो इकोनॉमिक्स, यूनिवर्सल वेलफेयर ते यूनिवर्सल कंसर्न एक ऐसा सभ्याचार गुरु ग्रंथ साहब राही गुरु साहब ने इस दुनिया नूं दिता है। एक नवा विकास मॉडल ऐसा दिता है कि जे इस मॉडल ते दुनिया चल पे तो कित्थे कोई दुख दर्द प्रॉब्लम नहीं होएगी, कोई भुखा नहीं होएगा। और ध्यान रखना, जदों गुरु साहब गाल खाए कि हथों दे नानक राह पछाने पछाने से क्या है, ते नाल दे नाल ये भी कह दिता है हक पराया नानका उस सुअर उस गाय गुरपीर हमा तां बरे जा मुर्दार ना खाए। नाल हराम दी कमाई ते पूरी तरह खंडन कर दिता है। हर चीज नूं पहले मनुख दे अगे रखी है और फिर नाल वार्निंग। मनुखी जिंदगी दे हर पड़ाव दी सेध, हर प्रॉब्लम दी जेड़ा निदान है वो गुरु ग्रंथ साहिब विच है। लाइफ किवें गुजारनी है, जिवें मैं पहले दस चुकिया, नानक सतगुर बेटीए पूरी होवे जुगत, हसदियां खिलंदियां पहनंदियां खवंदियां विचे होवे मुक्त। फिर जे दुनियावी कार व्यार, दुनियावी फर्ज, दुनियावी जिम्मेवारियां सब पक्खां दी सेध दे रहे ने गुरु साहब। फिर अगे की कह रहे ने, हाँ एक गल मैं होर दस दूं कि गुरु ग्रंथ साहब दा जिहड़ा धर्म है ये इच्छावां नूं त्यागण लई नहीं कह रहा, कि फिजूल दीआं इच्छावां नूं त्यागण लई गुरु ग्रंथ साहब सानू रोकदे ने। और अगर मनुख भोग विलासां विच पै जावे, उहदे च लिपत हो जावे, वासना विच आ जावे, उहदे प्रभाव हेठां आके बेतहाया जिहड़ियां ने वो अपने कंट्रोल तो बाहर हो जाए, फिर उस लई भी गुरु ग्रंथ साहब तुहानू चिता रहे ने, बाबा
होर खाना खुशी खुआर, जित खादे तन पीड़िए मन में चले विकार। मतलब ਤੁਹਾਨੂੰ ਜ਼ਿੰਦਗੀ ਦੇ ਹਰ ਕਦਮ ਦੇ ਉੱਤੇ ਉਹ ਤੁਹਾਨੂੰ ਚੇਤਾ ਰਹੇ ਨੇ ਬਈ ਤੂੰ ਸੈਲਫ ਕੌਨਸ਼ੀਅਸ ਹੋ ਜਾ। ਤੇ ਜੇ ਸਿਰਫ ਮਨੀ ਮੇਕਿੰਗ ਵੱਲ ਲਿਪਤ ਹੋ, ਦੇਖੋ ਬੰਦੇ ਦੋ ਤਰੀਕੇ ਦੇ ਵਿਵਹਾਰ ਹੈ, ਇੱਕ ਮਨੀ ਮੇਕਿੰਗ ਹੈ, ਇੱਕ ਮੈਨ ਮੇਕਿੰਗ ਹੈ। ਗੁਰੂ ਗ੍ਰੰਥ ਸਾਹਿਬ ਮੈਨ ਮੇਕਿੰਗ ਦੀ ਗੱਲ ਕਰਦੇ, ਪਰ ਜਿਹੜਾ ਸਿਰਫ ਮਨੀ ਮੇਕਿੰਗ ਤੇ ਹੋਏਗਾ ਉਸ ਲਈ ਵੀ ਕਹਿ ਦਿੱਤਾ ਹੈ, ਸਮਝਾ ਦਿੱਤਾ ਹੈ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਬਰਮੰਤਾ, ਦੂਈ ਵਿਵਸਥਾ ਸੇ ਜੋ ਮੁਕਤਾ ਸੋਈ ਸੋਹਿਲਾ ਪਾਦੀਏ। ਜਿਹੜਾ ਬਹੁਤ ਪੈਸੇ ਦੇ ਪਿੱਛੇ ਭੱਜੇਗਾ ਉੱਥੇ ਚਿੰਤਾਵਾਂ ਨੇ, ਜਿਹਦੇ ਘਰ ਥੋੜਾ ਹੈ ਉਹ ਵਿਚਾਰਾ ਭਜਿਆ ਫਿਰਦਾ ਹੈ। ਜਿਹੜਾ ਬੈਲੈਂਸ ਰੱਖੇਗਾ ਇਹਨਾਂ ਦੋਵਾਂ ਦੇ ਵਿੱਚ ਉਹੀ ਮੁਕਤ ਹੋਏਗਾ ਇਸ ਦੁਨੀਆ 'ਚ, ਉਹੀ ਇਸ ਦੁਨੀਆ 'ਚ ਖੁਸ਼ੀ ਨਾਲ ਚੱਲੇਗਾ। ਔਰ ਫਿਰ ਸਮਝਾਇਆ ਕਿ ਜਿਨ ਲਈ ਪ੍ਰੀਤ ਸੋਈ ਫਿਰ ਖਾਇਆ। ਜਿਹੜਾ ਮਾਇਆ ਦੇ ਪਿੱਛੇ ਪੈਸਿਆਂ ਪਿੱਛੇ ਹੀ ਉਹਨੂੰ ਕੁਝ ਹੋਰ ਦਿਖਦਾ ਹੀ ਨਹੀਂ ਹੈ, ਉਹਦੇ ਲਈ ਸਾਕਤ ਸ਼ਬਦ ਵਰਡ ਯੂਜ਼ ਕੀਤਾ ਹੈ, ਸਾਕਤ ਕੂੜ ਕਪਟ ਮੇ ਟੇਕਾ। ਇਹ ਮਾਇਆ ਦੇ ਪਿੱਛੇ ਅੰਧਿਆਂ ਵਾਂਗ ਭਜਣਾ, ਉਹਨੂੰ ਕੂੜ ਕਪਟ ਸਾਕਤ ਕਿਹਾ ਉਸ ਲਈ। ਫੇਥਲੈਸ ਮੈਨ, ਜਿਹਨੂੰ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਹੈ, ਤਾਂ ਉਹ ਹੈ ਕਿ ਉਹ ਫਿਰ ਕਹਿੰਦਾ ਜਿਨ ਲਈ ਪ੍ਰੀਤ ਸੋਈ ਫਿਰ ਖਾਇਆ, ਜਿਨ ਸੁਖ ਬਿਠਾਲੀ ਤਿਸ ਭੋ ਬਹੁਤ ਦਿਖਾਇਆ। ਭਾਈ ਮੀਤ ਕੁਟੰਬ ਦੇਖ ਵਿਵਾਦੇ। ਹੁਣ ਇੱਥੇ ਤੁਹਾਨੂੰ ਕਹਿ ਰਹੇ ਨੇ ਜਿਹੜਾ ਅਸੀਂ ਦੇਖ ਰਹੇ ਹਾਂ, ਉਹਦੇ ਚ ਦੇਖ ਰਹੇ ਹਾਂ ਅਸੀਂ ਕਿ ਜੋ ਮਾਇਆ ਨਾਲ ਜੋ ਪੈਸੇ ਨਾਲ ਪਿਆਰ ਕਰਦਾ ਹੈ ਉਸਨੂੰ ਆਖਰਕਾਰ ਇਹ ਖਾ ਜਾਂਦਾ ਹੈ। ਜੋ ਧਨ ਦੌਲਤ ਜਮਾ ਕਰਦਾ ਹੈ ਉਸਨੂੰ ਇਹ ਡਰਾਉਂਦਾ ਹੈ, ਡਰਾਉਂਦੀ ਹੈ। ਔਰ ਭਰਾ ਮਿੱਤਰ ਸਾਖ ਸੰਬੰਧੀ ਇਸ ਨੂੰ ਦੇਖ ਕੇ ਝਗੜਾ ਕਰਦੇ ਨੇ। ਅੱਜ ਦੇਖਦੇ ਆ ਨਾ ਅਸੀਂ ਘਰ ਘਰ ਵਿੱਚ ਝਗੜੇ ਹੋ ਰਹੇ ਨੇ। ਤਾਂ ਉਸਨੂੰ ਸਮਝਣ ਲਈ ਸਮਝੀਏ ਕਿ ਪਹਿਲੇ ਲੋਕ ਭਾਵਕ ਹੁੰਦੇ ਸਨ, ਰਿਸ਼ਤਿਆਂ ਦੀ ਕਦਰ ਸਮਝਦੇ ਸਨ, ਰਿਸ਼ਤੇ ਨਿਭਾਉਂਦੇ ਸਨ, ਇੱਕ ਦੂਸਰੇ ਨਾਲ ਕੰਸਰਨ ਸੀ, ਇੱਕ ਦੂਜੇ ਨਾਲ ਸਰੋਕਾਰ ਰੱਖਦੇ ਸਨ। ਫਿਰ ਸਮੇਂ ਦੇ ਨਾਲ ਨਾਲ ਰਿਸ਼ਤੇ ਪ੍ਰੈਕਟੀਕਲ ਹੋ ਗਏ, ਰਿਸ਼ਤਿਆਂ ਤੋਂ ਫਿਰ ਫਾਇਦੇ ਉਠਾਣੇ ਸ਼ੁਰੂ ਕਰਤੇ ਲੋਕਾਂ ਨੇ। ਅੱਜ 21ਵੀਂ ਸੈਂਚਰੀ ਚ ਰਿਸ਼ਤੇ ਪ੍ਰੋਫੈਸ਼ਨਲ ਹੋ ਗਏ। ਹੁਣ ਅਸੀਂ ਰਿਸ਼ਤੇ ਜਿਹੜੇ ਨਵੇਂ ਬਣਾਉਂਦੇ ਆ, ਸੰਬੰਧ ਜਿਹੜੇ ਪਰਿਵਾਰਾਂ ਨਾਲ ਬਣਾਉਂਦੇ ਆ, ਅਸੀਂ ਬਣਾਉਂਦੇ ਹੀ ਉਹਨਾਂ ਨਾਲ ਜਿਨ੍ਹਾਂ ਤੋਂ ਫਾਇਦਾ ਉਠਾਇਆ ਜਾ ਸਕੇ। ਅਸੀਂ ਰਿਸ਼ਤੇ ਨਾਤੇ ਹੀ ਉਹਨਾਂ ਨਾਲ ਜ਼ਿਆਦਾ ਰੱਖਦੇ ਆ ਜਿਨ੍ਹਾਂ ਕੋਲ ਪੈਸਾ ਹੋਵੇ। ਪੈਕੇਜ ਬੇਸ ਰਿਸ਼ਤੇ ਬਣ ਰਹੇ ਨੇ ਸਾਡੇ। ਤੋ ਪਰਮੇਸ਼ਰ ਨੇ, ਉਸ ਪਰਮਾਤਮਾ ਨੇ ਸਾਡੇ ਸੰਬੰਧ ਤਾਂ ਸੱਚੇ ਬਣਾਏ ਸੀ, ਅਸੀਂ ਬਣਾ ਦਿੱਤੇ ਉਹਨਾਂ ਨੂੰ ਝੂਠੇ। ਤੇ ਗੁਰੂ ਸਾਹਿਬ ਦਾ ਸਚਿਆਰ ਬਣਨ ਦੀ ਜਿਹੜੀ ਗੱਲ ਕਰਦੇ ਨੇ ਉਹ ਇਸੇ ਲਈ ਕਰਨਗੇ ਕਿ ਜੇ ਸਚਿਆਰ ਬਣਾਂਗੇ ਤਾਂ ਹੀ ਤਾਂ ਰਿਸ਼ਤੇ ਸੱਚੇ ਬਣਨਗੇ। ਪਰ ਇਹਨਾਂ ਰਿਸ਼ਤਿਆਂ ਨੂੰ ਐਕਸਪਲੋਇਟ ਨਹੀਂ ਕਰਨਾ। ਜ਼ਰੂਰਤ ਪੂਰਤੀ ਲਈ ਗਲਤ ਕੰਮ ਨਾ ਕਰ, ਗਲਤ ਕਮਾਈ ਨਾ ਲੈ ਲਿਆ। ਉਹਦੇ ਲਈ ਵੀ ਗੁਰੂ ਸਾਹਿਬ ਨੇ ਬੜਾ ਕਮਾਲ ਦਾ ਸਾਨੂੰ ਜਿਹੜੀ ਹੈ, ਕਿਉਂਕਿ ਉਹ ਕਹਿ ਰਹੇ ਨੇ ਕਿ ਜੇ ਇਸ ਤਰ੍ਹਾਂ ਜਾਏਗਾ ਤਾਂ ਰਿਸ਼ਤਿਆਂ ਵਿੱਚ ਦਰਾਰਾਂ ਪੈਣਗੀਆਂ। ਉਸ ਵਿੱਚ ਕਿਹਾ ਹੈ ਕਿ ਬਹੁ ਪਰਪੰਚ ਕਰ ਪਰਧਨ ਲਿਆਵੇ। ਤੂੰ ਇੱਧਰ ਪਰਪੰਚ ਕਰ ਕਰਕੇ ਠੱਗੀਆਂ ਠੋਰੀਆਂ ਕਰਕੇ ਪੈਸੇ ਲੈ ਕੇ ਆਏਗਾ ਘਰ, ਸੁਦਾਰਾ ਪੈ ਆਨ ਲੁਟਾਵੇ, ਆਪਣੀ ਵੋਟੀ ਤੇ ਆਪਣੇ ਬੱਚਿਆਂ ਤੇ ਆ ਕੇ ਲੁਟਾਏਗਾ। ਮਨ ਮੇਰੇ ਭੂਲੇ ਕਪਟ ਨਾ ਕੀਜੇ, ਅੰਤ ਨਿਬੇਰਾ ਤੇਰੇ ਜੀ ਪੈ ਲੀਜੇ। ਅੰਤ ਵਿੱਚ ਤੈਨੂੰ ਤੇਰੀ ਆਤਮਾ ਤੈਨੂੰ ਕਚੋਟੇਗੀ। ਔਰ ਇੱਥੇ ਕਲੀਅਰ ਕਰ ਦੇਵਾਂ, ਗੁਰੂ ਗ੍ਰੰਥ ਸਾਹਿਬ ਕਿੱਥੇ ਵੀ ਪੈਸਾ ਕਮਾਉਣਾ ਆਤਮਕ ਗਿਰਾਵਟ ਨਹੀਂ ਕਿਹਾ, ਬਲਕਿ ਉਸ ਮੰਤਵ ਲਈ, ਉਸ ਪਰਪਸ ਲਈ ਹੈ ਕਿ ਜਿਸ ਲਈ ਦੌਲਤ ਕਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਵੰਡ ਛਕਣ ਲਈ ਕਮਾਈ ਕੀਤੀ ਜਾ ਰਹੀ ਹੈ ਤਾਂ ਫਿਰ ਇਹ ਸਪਿਰਚੁਅਲਿਟੀ ਹੈ। ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਦੀਆਂ ਜਿਤਨੀਆਂ ਕਾਸਮਿਕ ਪ੍ਰੋਬਲਮਸ ਨੇ, ਮੈਂ ਵਿਨੋਬਾ ਭਾਵੇ ਪੜ੍ਹ ਰਿਹਾ ਸੀ। ਵਿਨੋਬਾ ਭਾਵੇ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਤੇ ਪਹਿਲੇ ਪੇਜ ਵਿੱਚ ਉਸਨੇ ਜਿਹੜੀਆਂ 3-4 ਗੱਲਾਂ ਲਿਖੀਆਂ। ਵਿਨੋਬਾ ਭਾਵੇ ਕਹਿੰਦੇ ਨੇ ਕਿ ਜਿੰਨੀਆਂ ਵੀ ਅੱਜ ਸੰਸਾਰ ਦੇ ਵਿੱਚ ਸਮੱਸਿਆਵਾਂ ਨੇ ਉਹ 2 ਸ਼ਬਦਾਂ ਨਾਲ ਹੀ ਠੀਕ ਹੋ ਸਕਦੀਆਂ ਨੇ। ਉਹ ਹੈ ਨਿਰਭਉ ਤੇ ਨਿਰਵੈਰ। ਬੈ ਕਾਹੂ ਕੋ ਦੇਤ ਨੈ ਬੈਮਾਨਤ ਆਨ। ਅਗਰ ਇਹ 2 ਸ਼ਬਦਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਇਸ ਫਲਸਫੇ ਦੇ ਉੱਤੇ ਕੋਈ, ਅਗਰ ਇਹਦੇ ਇਸ ਸਿਧਾਂਤ ਦੇ ਉੱਤੇ ਅਗਰ ਦੁਨੀਆ ਚੱਲ ਪਏ ਤਾਂ ਕੋਈ ਪ੍ਰੋਬਲਮ ਨਹੀਂ ਹੈ। ਮਨੁੱਖੀ ਏਕਤਾ ਤੇ ਭਾਈਚਾਰਾ ਜਿਹੜਾ ਹੈ ਉਹ ਤਾਂ ਹੀ ਮੱਲੇ ਬਣੇਗਾ। ਉਹਦੇ ਲਈ ਵੀ ਗੁਰੂ ਸਾਹਿਬ ਨੇ ਕਿਹਾ, ਸਭ ਕੋ ਮੀਤ ਹਮ ਆਪਣਾ ਕੀਨਾ, ਹਮ ਸਭਨਾ ਕੇ ਸਾਜਨ। ਵਨਨੈਸ ਆਫ ਗੋਡ ਜੇ ਹੈ ਤਾਂ ਫਿਰ ਮਨੁੱਖਤਾ ਦੇ ਵਿੱਚ ਵੀ ਵਨਨੈਸ ਹੋਣੀ ਚਾਹੀਦੀ। ਟਰੁੱਥ ਦਾ, ਸੱਚੇ ਆਚਰਨ ਦਾ ਅਸੀਂ ਲੈਕਚਰ ਕਰ ਚੁੱਕੇ ਹਾਂ
ਕਿ ਸਦਾਚਾਰੀ ਮਨੁੱਖ ਉਹ ਨਹੀਂ ਜਿਸ ਨੂੰ ਸਦਾਚਾਰ ਦੀ ਵਾਕਫੀਅਤ ਹੈ, ਸਗੋਂ ਉਹ ਹੈ ਜਿਹੜਾ ਇਸ ਨੂੰ ਅਮਲ ਵਿੱਚ ਲਿਆਉਂਦਾ ਹੈ। ਕਿਸੇ ਵੀ ਪਰਿਵਾਰ ਵਿੱਚ, ਕਿਸੇ ਵੀ ਸਮਾਜ ਲਈ, ਕਿਸੇ ਵੀ ਕੌਮ, ਕਿਸੇ ਵੀ ਦੇਸ਼ ਦੇ ਆਚਰਣ ਲੋਕਾਂ ਦੇ ਆਚਰਣ ਨਾਲ ਸੰਬੰਧਿਤ ਹੁੰਦਾ ਹੈ। ਉਹ ਜਿਹੜਾ ਆਚਰਣ ਹੈ, ਸੱਚਾ ਆਚਰਣ ਹੈ, ਉਹ ਤਾਂ ਹੀ ਹੋਏਗਾ ਜੇ ਅਸੀਂ ਸੱਚ ਨੂੰ ਸਮਝਾਂਗੇ। ਫਿਰ ਗੁਰੂ ਗ੍ਰੰਥ ਸਾਹਿਬ ਪ੍ਰੇਮ ਭਾਵ ਦੀ ਗੱਲ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਅਨੁਸਾਰ ਮਤਭੇਦ ਹੁੰਦੇ ਹੋਏ ਵੀ ਮਨਭੇਦ ਨਹੀਂ ਹੋਣੇ ਚਾਹੀਦੇ। ਪੂਰੀ ਮਨੁੱਖਤਾ ਨੂੰ ਸੰਦੇਸ਼ ਹੈ। ਕਮਾਲ ਦਾ ਕਿਤਨਾ ਅਦਬੀ ਰੰਗ ਹੈ ਇਸ ਬਾਣੀ ਦੇ ਵਿੱਚ। ਬਾਬਾ ਫਰੀਦ ਦਾ ਸ਼ਬਦ, ਜੇ ਤੋਂ ਪਿਰਿਆ ਕੀ ਸਿੱਖ ਹਿਆਉ ਨਾ ਠਾਏ ਕਾਹੇਗਾ। ਜੇ ਤੈਨੂੰ ਕਿਸੇ ਦਾ ਪਿਆਰ ਲੈਣਾ ਹੈ, ਕਿਸੇ ਨਾਲ, ਜੇ ਤੂੰ ਪਰਮਾਤਮਾ ਤੋਂ ਪਿਆਰ ਲੈਣਾ ਹੈ, ਜੇ ਤੂੰ ਆਪਣੇ ਮਾਤਾ ਪਿਤਾ ਤੋਂ ਪਿਆਰ ਲੈਣਾ ਹੈ, ਜੇ ਤੂੰ ਕਿਸੇ ਦੋਸਤ ਤੋਂ, ਕਿਸੇ ਰਿਸ਼ਤੇਦਾਰ ਤੋਂ ਪਿਆਰ ਲੈਣਾ ਹੈ, ਹਿਆਉ ਨਾ ਠਾਏ ਕਾਹੇਗਾ, ਕਿਸੇ ਦਾ ਦਿਲ ਨਾ ਤੋੜ। ਕਿਆ ਕਮਾਲ ਕਰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ। ਇਹ ਫਾਰਮੂਲੇ ਦੇ ਨਾਲ ਅਗਰ ਰਿਸ਼ਤੇ ਸਾਡੇ ਬੰਨੇ ਸ਼ੁਰੂ ਹੋ ਜਾਣ, ਕਮਾਲ ਕਰ ਹੋ ਜਾਏਗੀ। ਫਿਰ कहता हम नहीं चंगे बुरा नहीं कोई। जे यही एक कंसेप्ट हर बंदा समझ ले, हम नहीं चंगे बुरा, नो वन इज बैड, आई एम नॉट गुड। तो संदेश है कि जे हर कोई अपनी जिंदगी विच ढाल लवे तो कोई समस्या ही नहीं। ये सारे विश्व नूं कलावे विच लैना है तो प्रेम ही सब तो वड्डा माध्यम है। पंचम पातशाह मैं कहना जी, जो गुरु ग्रंथ साहब दी संपादना किस तरह, शब्द केड़ा शब्द किथे लगा फिट करना है, केड़े शब्द ते केड़ा राग, जो पंचम पातशाह ने, मैं चाहांगा कि एक लैक्चर असीं इस ते रखांगे। पंचम पातशाह कहंदे ने कि उन्हां नूं कोई बेगाना नजर आंदा ही नहीं। ਇਹ ਸਿੱਖ ਪ੍ਰਬੰਧ ਦਾ, ਸਿੱਖ ਮੈਨੇਜਮੈਂਟ ਦਾ ਇੱਕ ਹਿੱਸਾ ਹੈ। ਇਹ ਗੱਲ ਸ਼ਬਦ ਨਾਲ ਸੁਰਤ ਦੇ ਸੰਬੰਧ ਬਣਨ ਵਾਲੀ ਮਾਨਸਿਕਤਾ ਵੱਲ ਇਸ਼ਾਰਾ ਹੈ। ਜਦੋਂ ਸ਼ਬਦ ਉਹ ਸ਼ਬਦ ਹੈ ਉਹਨਾਂ ਦਾ, ਬਿਸਰ ਗਈ ਸਭ ਸਾਥ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਗਾਣਾ ਸਗਲ ਸੰਗ ਹਮਕੋ ਬਨ ਆਈ। ਕਿਆ ਕਮਾਲ ਗੁਰੂ ਅਰਜਨ ਸਾਹਿਬ ਨੇ ਅੱਜ ਸਮਾਜ ਵਿੱਚ ਸਾਡੇ। ਮੈਂ ਇੱਕ ਮਸਲਾ ਹੋ ਰਿਹਾ ਸਾਡਾ, ਉਸ ਦੇ ਵਿੱਚ ਇੱਕ ਅਲੱਗ ਲੈਕਚਰ ਵੀ ਹੋਏਗਾ ਵੂਮਨ ਐਮਪਾਵਰਮੈਂਟ ਤੇ, ਉਹ ਭਾਵਨਾ ਮਲਿਕ ਜੀ ਕਰਨਗੇ। ਉਸ ਬਾਰੇ ਮੈਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਨੂੰ ਪਾਸਿੰਗ ਰੈਫਰੈਂਸ ਦੇਣਾ ਚਾਹੁੰਦਾ ਕਿ ਅੱਜ ਕਿਉਂਕਿ ਰੈਲੀਵੈਂਸ ਦੀ ਗੱਲ ਕਰ ਰਹੇ ਹਾਂ ਤੇ ਅੱਜ ਸਾਡੇ ਸਮਾਜ ਦੇ ਵਿੱਚ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਕਿ ਸਮਾਜ ਵਿੱਚ, ਸਾਡੇ ਸਮਾਜ ਵਿੱਚ ਇਸਤਰੀ ਨਾਲ ਨਾਰੀ ਦੀ ਜਿਹੜੀ ਮਾਨਸਿਕਤਾ, ਇਹ ਬਦਲਣ ਦੀ ਬੜੀ ਜ਼ਰੂਰਤ ਹੈ। ਭਾਵੇਂ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਨੇ ਕਹਿਤਾ, ਸੋ ਕਿਉ ਮੰਦਾ ਆਖੀਏ ਜਿਤ ਜੰਮਨ ਰਾਜਾਨ, ਪਰ ਕੀ ਇਹ ਸੱਚ ਨਹੀਂ ਕਿ ਇਸਤਰੀ ਕਈ ਰੂਪਾਂ ਦੇ ਵਿੱਚ ਪੁਰਸ਼ ਦੇ ਸਾਹਮਣੇ ਵਿਚਰਦੀ ਹੈ, ਪਰ ਇਸਤਰੀ ਦੇ ਕਿਸ ਰੂਪ ਨਾਲ ਪੁਰਸ਼ ਨੂੰ ਕਿਸ ਰੂਪ ਦੇ ਵਿੱਚ ਪੇਸ਼ ਆਉਣਾ ਚਾਹੀਦਾ ਹੈ, ਇਸ ਦਾ ਸਲੀਕਾ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਕਿ ਸਾਨੂੰ ਬੜਾ ਜ਼ਰੂਰੀ ਹੈ ਸਿੱਖਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਆਦਰਸ਼ਕ ਨਾਰੀ ਦੇ ਫਰਜ਼, ਜ਼ਿੰਮੇਵਾਰੀਆਂ ਦੀ ਗੱਲ ਕਿਹੜੇ ਪਾਸਿੰਗ ਰੈਫਰੈਂਸ ਦਿੱਤੇ ਨੇ? ਗੁਣਵੰਤੀ, 32 ਪਤਨੀ, ਸੁਹਾਗਣ, ਸੱਜੀ ਨਾਰ, ਭਾਵ ਨਾਰੀ ਦੀ ਪੂਰੀ ਜਰਨੀ, ਧੀ ਤੋਂ ਲੈ ਕੇ, ਭੈਣ ਤੋਂ ਲੈ ਕੇ, ਵਾਈਫ, ਮਦਰ, ਇਸਤਰੀ ਦੇ ਸਭ ਰੂਪਾਂ ਨੂੰ ਸੇਧ ਦਿੱਤੀ ਹੈ। ਤੇ ਨਾਲ ਫਿਰ ਕਿਹਾ ਜਾਗ ਸਲੋਨੜੀਏ। ਭਾਵੇਂ ਪੂਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਨਾ, ਇਹ ਐਜ਼ ਏ ਫੀਮੇਲ ਰੱਬ ਨਾਲ ਡਾਇਲੌਗ ਨੇ। ਇਹੀ ਮੈਂ ਸਮਝਦਾ ਇੱਕ ਇਹੀ ਕਨਸੈਪਟ ਜਿਹੜਾ ਹੈ ਇਹ ਇਸਤਰੀ ਨੂੰ ਬਹੁਤ ਉੱਤੇ ਲੈ ਕੇ ਜਾਂਦਾ ਹੈ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਇਹਦਾ ਮਤਲਬ ਇਹ ਹੈ ਕਿ ਨਾਰੀ ਨੂੰ ਕਹਿ ਕੇ ਆਪਣੇ ਫਰਜ਼ਾਂ ਲਈ, ਆਪਣੇ ਜ਼ਿੰਮੇਵਾਰੀਆਂ ਲਈ ਅਵੇਅਰ ਹੋ, ਚੇਤਨ ਹੋ, ਤਾਂ ਹੀ ਇਹ ਸਮਾਜ ਬਦਲੇਗਾ। ਅੱਜ ਇਸ ਇਸਤਰੀ ਅੰਦਰ ਲੁਕੀ ਇਸਤਰੀ ਨੂੰ ਪ੍ਰਗਟ ਕਰਨ ਦੀ ਜ਼ਰੂਰਤ ਹੈ। ਅਗਰ ਇਹ ਸੰਸਾਰ ਬਚਾਣਾ ਹੈ, ਸਮਾਜ ਬਚਾਣਾ ਹੈ, ਘਰ ਬਚਾਣੇ ਨੇ, ਰਿਸ਼ਤੇ ਬਚਾਣੇ ਨੇ, ਇਸ ਤਾਂ ਇਸਤਰੀ ਦੀ ਅੰਦਰੂਨੀ ਸੁੰਦਰਤਾ ਨੂੰ ਖੋਜਣਾ ਪਏਗਾ। ਔਰ ਗੁਰੂ ਗ੍ਰੰਥ ਸਾਹਿਬ ਨੇ ਨਾਰੀ ਬਾਰੇ, ਮਹਿਲਾਵਾਂ ਬਾਰੇ ਜੋ ਚਿੰਤਨ ਤੇ ਅਭਿਆਸ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਗਏ ਨੇ, ਉਹ ਅਤੰਤ ਵਿਸ਼ੇਸ਼ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ ਕਿ ਅਗਰ ਸ੍ਰਿਸ਼ਟੀ ਦਾ ਰਹੱਸ ਜਾਣਨਾ ਹੈ, ਅਨੁਭਵ ਕਰਨਾ ਹੈ, ਤਾਂ ਇਸਤਰੀ ਆਤਮਾ ਬਣਨਾ ਜ਼ਰੂਰੀ ਹੈ। ਔਰ ਇਸਤਰੀ ਦੀ ਇੱਕ ਜਿਹੜੀ ਵਿਸ਼ੇਸ਼ਤਾ, ਦੈਵੀ ਵਿਸ਼ੇਸ਼ਤਾ, ਜਿਹੜੀ ਪੁਰਸ਼ ਕੋਲ ਨਹੀਂ ਹੈ, ਉਹ ਹੈ ਇਸਤਰੀ ਦੀ ਸਿਰਜਣਾਤਮਕ ਸ਼ਕਤੀ। ਪੂਰੀ ਕਾਇਨਾਤ ਨੂੰ ਮਹਿਲਾ ਅਧਿਆਤਮ ਤੇ ਮਹਿਲਾ ਰੂਹ ਬਣਨ ਦਾ ਆਦੇਸ਼ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ।
ਤਾਂ ਮੈਂ ਰੈਲੀਵੈਂਸ ਦੀ ਗੱਲ ਕਰ ਰਿਹਾ ਕਿ ਹਰ ਰਿਸ਼ਤੇ ਦੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਸਾਨੂੰ ਸੇਧ ਦੇ ਰਹੇ ਨੇ। ਹਿਊਮਨ ਰਾਈਟਸ ਦੀ ਗੱਲ ਕਰਾਂ, ਅੱਜ ਹਿਊਮਨ ਰਾਈਟਸ ਦੀ ਹੱਕ ਪਰਾਇਆ ਨਾਨਕਾ ਉਸ ਗਾਏ, ਸੇਵਾ ਦੀ ਗੱਲ ਕਰਾਂ, ਗਲੋਬਲ ਵਾਰਮਿੰਗ ਦੀ ਗੱਲ ਕਰਾਂ, ਤਾਂ ਸਾਰਾ ਗੁਰੂ ਗ੍ਰੰਥ ਸਾਹਿਬ ਨੇਚਰ ਦੀ ਗੱਲ ਕਰਦਾ ਹੈ। ਜਦੋਂ ਗੁਰੂ ਸਾਹਿਬ ਕਹਿ ਰਹੇ ਨੇ ਬਲਿਹਾਰੀ ਕੁਦਰਤ ਵਸਿਆ, ਇਹਦਾ ਕੀ ਮਤਲਬ ਹੈ ਕਿ परमात्मा ने ये सृष्टि बना के खुद सृष्टि दे विच जो है वो जज़ब हो गए। जदों असीं एक ओंकार करते हैं ना, रब एक है, ये इंटरप्रिटेशन नहीं है, यह द्वैतवाद करना है कि रब जगत ते जीव सब एक है, सब एक है। ये नहीं कहना रब एक है, सब एक है। तो पॉलिटिकल सिस्टम, राजा क्यों जा होना चाहिए है, प्रजा क्यों जी होनी चाहिए है। मैं अपने बलिहारी कुदरत वसिया की गल कर रहा थी कि परमात्मा ने कुदरत क्रिएट करके कुदरत विच वस गया। निर्गुण सरगुण का सब निर्गुण परमात्मा है, लेकिन सरगुण दे विच भी जिहड़ी ये सृष्टि सरगुण है, इहदे विच भी परमात्मा है। परमात्मा का निवास कुदरत विच है, कुदरत के नियमां विच है। इहो नियम धारण करने ने। ज्ञान खंड जिहड़ा जपजी साहिब विच आउंदा है, उहदे विच नेचर एथिक्स की गल कीती गई है। वनस्पति दे पत्ते ते परमात्मा दे हस्ताक्षर ने देख हो ही सकता है जो उसके नियम विच है, जो उसके हुक्म विच है, जो हुक्म रजाई दे विच है। इस गल नूं थोड़ा जरूर समझना। तो सैकुलरिज्म की गल सबे गटराम बोले, सोशलिज्म की गल मैं कर दी है, वल्ला नूर पाया। इकनोमिक्स की गल आ गई, एजुकेशन की आ गई, विद्या विचारी तां परोपकारी। केड़ी विद्या की गल कर रहे ने, केड़े विचार की गल कर, उस विद्या की, उस ज्ञान की गल कर रही है जिस राही उसनूं जानिया जा सकता है जो सब जानता है। यूनिटी इन सोशल लाइफ, समाज एकता लाने लई होए एकत्र मिलो मेरे भाई, दुबदा दूर करो लिव लाई। फिर एक जिहड़ी गुरु ग्रंथ साहिब दे विच असीं शब्द रोज पढ़दे हां, पूरी दुनिया दी प्रेयर, दुनिया लई प्रेयर कर दित्ती। जगत जलंदा रख लै अपनी कृपा दा, जित द्वारे उभरे किते ले उबार। पूरे विश्व लई, पूरी मनुखता लई, सरबत दे भले लई कि हे परमात्मा, हे वाहिगुरु, ये सृष्टि जल रही है वैर नाल, विरोध नाल, मेहर आपसी रंजिशा नाल, मेहर कर, बख्श लै, तार लै, सच्चे पातशाह तू रख लै, जिस वसीले नाल, जिस तरह, जिस मर्जी इसनूं रख। फिर नशिया दी समस्या दी सेध भी गुरु ग्रंथ साहिब विच है। अज बच्चे नशियां वल जा रहे हैं, जित पीते मत दूर होए, परल पवे विच आए, अपना पराया ना पछाने, खसमों धक्के खाए। फिर ये नशियां दी भी गल करती। तो मैं इतना ही कहांगा कि अज दे इस दौर दे हर मुद्दे दा समाधान गुरु ग्रंथ साहिब विच है। सानू अपनी पनीरी नूं, दुनिया नूं दसना है कि विश्व दा जिहड़ा इकोनॉमी मॉडल है, उहदा आधार सोशल मॉडल, रिलीजियस मॉडल, उहदा आधार पॉलिटिकल, इवन पॉलिटिकल मॉडल, उहदा आधार कोई हो सकता है तो वह गुरु ग्रंथ साहिब दा विजन है। कि विजन उहदा आधार बन जाए तो विश्व एक विच विकास दे नाल नाल विकास भी होएगा। अज विकास तो हो रहा है, विकास कित्थे नहीं है। सानू नवें दिल, नवें दिमाग, नवीं टेक्नीक राही नाल नवें जमाने नूं सानू जगाना पएगा। मनुख दे आचरण दी उसारी जिहड़ी है वो गुरु ग्रंथ साहिब दे सिद्धांतां नाल लियानी पएगी। गुरु ग्रंथ साहिब दी जिहड़ी फिलोसफी है, गुरु ग्रंथ साहिब दे जिहड़े विचार ने, ये शक्तियां ने, ये एनर्जीज ने। जेकर असी अज दे समय दे विनाशकारी प्रभाव तो आप भी ते अपने बच्चों नूं भी बचाना चाहते हैं तो गुरु दे संदेश, गुरु दे सिद्धांत सानू घर घर पहुंचाने पैणगे। ये गल समझ लीजिए। और मैं अज तुहानू दावे नाल कहना कि गुरु ग्रंथ साहिब संसार लई एक क्रांति है, यूनिवर्स लई लाइट हाउस है। जो गुरबाणी अनुसार अपनी जिंदगी जिएगा वो कदी हनेरे विच नहीं भटकेगा। सानू सगों उसनू जीवन चानन प्राप्त हो जाएगा। तो गुरु ग्रंथ साहिब एक जोत है, रोशनी है, जिसनू कोई भी हनेरा मध्य नहीं कर सकता। एक गल मैं अखीर दे विच तुहानू मैं जरूर समझाना चाहांगा। देखो, साइंटिस्ट कहते हैं कि एक ग्रेविटेशन है धरती दे विच, है जी, एक ऊर्जा है जिहड़ी कि धरती जिहड़ी है वो अपने वल खिंचदी है। मैनू ना थोड़ी स्पिरिचुअलिटी वाइज कहना
ਕਿ ਇਹ ਧਰਤੀ ਜਿਹੜੀ ਹੈ ਇਹਨੂੰ ਮਾਇਆ ਸਮਝੋ। ਮਾਇਆ ਸਾਨੂੰ ਅਟਰੈਕਟ ਕਰਦੀ ਹੈ, ਸਾਨੂੰ ਮਾਇਆ ਆਪਣੇ ਵੱਲ ਖਿੱਚਦੀ ਹੈ। ਧਰਤੀ ਨੂੰ ਮਾਇਆ ਕਹਿ ਲਓ, तो अपनी तरफ सानू अट्रैक्ट कर दिया है। लेकिन गुरु ग्रंथ साहब की एक एनर्जी होर है जिसनू समझना पएगा सानू। ओ जिहड़ी एनर्जी है, जिहड़ी ओ ऊर्जा है, ओदा नाम गुरु ग्रंथ साहब दे विच उहनू कहते ने प्रसाद, नदर, ग्रेस। जिस तरह ग्रेविटेशन एनर्जी जमीन नाल जोड़दी है, उसे तरह जिहड़ी गुर प्रसाद है, जिहड़ा ग्रेस है, ओ एनर्जी तुहानू परमात्मा नाल जोड़दी है। परमात्मा वल जिहड़ी है ग्रेस जिहड़ी है वो तुहानू परमात्मा वल ले जाती है। ये एनर्जी जिहड़ी गुरु ग्रंथ साहब दी जिहड़ी तुहानू परमात्मा वल ले जाती है। असीं अज उस एनर्जी दी रेलीवेंस दी जिहड़ी गल ते सोच विचार करना है। तो गुरु ग्रंथ साहब दा एक होर फरमान है, मैं अखीर दे विच जांदे जांदे वो तुहानू जरूर एहसास दिवावांगा। उहदे च साफ ते क्लीयर लिखिआ है, बिन बूझे सब होए ख्वार। बाणी पढ़ो लेकिन बिन बूझे सब होए ख्वार। बाणी नू पढ़ना, रीड इट, अंडरस्टैंड इट, रिमेंबर इट, इंजॉय इट, लिव इट, सिंग इट। जरूरत है जैसे स्कूल ऑफ थॉट दी। मेरी लास्ट दियां बेनतियां बड़े ध्यान नाल सुनना। आज जरूरत ऐसे स्कूल ऑफ थॉट दी है जिस नाल साडे यंगस्टर्स दा माइंड बदलिया जा सके। वो स्कूल ऑफ थॉट दी जिस नाल गुरु ग्रंथ साहब दा जिहड़ी रिफ्लेक्टिव लर्निंग है वो जिहड़ी है उसनू असीं प्राप्त कर सकीए। तो गुरु ग्रंथ साहब दी जिहड़ी गल मैं कहना चाहता सी अखीर दे विच वो यही है कि क्रिश्चियनिटी दे विच क्राइस्ट कहंदे ने कि यू नोक द डोर एंड डोर विल ओपन। गुरु ग्रंथ साहब कहंदे ने गुरु मेरे संग सदा है नाले। ये हकीकत है। पर नाल एक अखीर दे विच गुरु साहब ने एक गल होर कही कि बांडे कछु ना समावे, सीधे अमृत परे निहार। ग्रेस आ रही है, परमात्मा लई कोई पराया नहीं, सब अपने ने। ग्रेस तो आ रही है लेकिन उहदे बांडे कछु ना समावे। जे तुहाडा बांडा सीधा नहीं है, जे तुहाडा बांडा पुट्ठा पिया है, तो फिर तुहानू कुछ नहीं मिलना। तुहानू बांडा सीधा रखना पेगा, और बांडा सीधा तां होएगा जे हुक्म रजाई होएगी। जो जागे सो उभरे, सुते गए मुहाए। जो जागे होणगे वो सब कुछ पा लैणगे, जिहड़े सुते रह जाणगे उन्हां नू कुछ भी नहीं मिलना। तो गुरु ग्रंथ साहब विच दुनिया दी हर प्रॉब्लम दा निदान है। तो असीं जिहड़े गुरु ग्रंथ साहब दे कस्टोडियन आ, असीं मालक नहीं आ। गुरु ग्रंथ साहब बिलोंग्स टू होल ह्यूमैनिटी। गुरु ग्रंथ साहब बिलोंग्स टू होल यूनिवर्स। असी कस्टोडियन आ ते साडा इखलाकी फर्ज है पहले गुरु ग्रंथ साहब दी रेलीवेंस नू, गुरु ग्रंथ साहब दी सिद्धांतां नू समझिए, फिर इस फिलोसफी नू सारी दुनिया तक ले जाइए। क्योंकि एक गल ध्यान रखना कि जेड़ियां प्रॉब्लम्स है उदा कहंदे कि इफ यू आर नॉट द पार्ट ऑफ सोल्यूशन देन यू आर द पार्ट ऑफ प्रॉब्लम्स। अज दियां प्रॉब्लम दा सोल्यूशन गुरु ग्रंथ साहब है। साडा इस फर्ज भी है, जिम्मेवारी भी है कि असी गुरु ग्रंथ साहब दियां जिहड़ियां टीचिंग्स ने, गुरु ग्रंथ साहब दा जिहड़ा सारा फिलोसफी है, मैसेज है, सिद्धांत है, संकेत ने, वो असी घर घर पहुंचाई। जिवें भाई गुरदास ने कहा सी घर घर धर्मशाल। तो मैं समझदा कि अज दे इस विषय विच रेलीवेंस दे विच इतना बड़ा टॉपिक है कि मैं किथे पढ़ रहा सी कि उपनिषदां विच लिखिआ है कि उस मनुख दी कुल जिहड़ी है वो ब्रह्म नू, परमात्मा नू ना जानन वाला पैदा ही नहीं होएगी जिसने एक ब्रह्म नू जान लिया। तां ये जिहड़ा ब्रह्म परमात्मा नू जानन दा जिहड़ा फार्मूला गुरु ग्रंथ साहब है, इहदे हज़ारां टीके होए ने, हज़ारां इंटरप्रिटेशनां होईयां ने, पर गुरु ग्रंथ साहब उन्हां टीकियां विच, उन्हां इंटरप्रिटेशनां विच पूरा हो नहीं सकता। गुरु ग्रंथ साहब तो बहुत ज्यादा है। तो जितनी कि मैनू समझ थी, जितना कि मेरी मैं पढ़िया आप जी नाल इतनी बेनती अखीर दे विच कि साडा एक बड़ा ही एक धार्मिक साडी फर्ज भी है, जिम्मेवारी भी है कि असीं गुरु ग्रंथ साहब दा संदेश घर घर पहुंचाइए। बुला चुका वाहिगुरू जी का खालसा, वाहिगुरू जी की वाहिगुरू जी का खालसा, वाहिगुरू जी की फतेह।
ਔਰ ਬਹੁਤ ਹੀ ਸੁਚੱਜੇ ਢੰਗ ਨਾਲ ਲੋਕ ਸਤਿਗੁਰਾਂ ਨੇ ਸੇਵਾ ਲਈ ਹੈ। ਬਹੁਤ ਨੀਚੇ ਮੈਸੇਜ ਵੀ ਆਏ ਨੇ, ਵੀਰ ਜੀ ਵੀ ਮਹਾਰਾਜ ਦਾ ਤਰਸ ਹੈ ਬਹੁਤ ਜ਼ਿਆਦਾ, ਕਿਰਪਾ ਕਰਕੇ ਸਤਿਗੁਰਾਂ ਨੇ ਸੇਵਾ ਲਈ ਹੈ। ਉਮੀਦ ਹੈ ਸਾਰਿਆਂ ਨੂੰ ਬਹੁਤ ਅੱਛੀ ਗੱਲ ਸਮਝ ਵੀ ਆਇਆ ਹੋਵੇਗਾ। ਤੇ ਛੋਟੇ ਜਿਹੇ ਨੂੰ ਸਿੱਖਿਆ ਦੇਣਾ ਤੇ ਨਾਲ ਇੱਕ ਹੋਰ ਬੇਨਤੀ ਵੀ ਹੈ ਕਿ ਆਪ ਜੀ ਦੀ ਸੁਸਾਇਟੀ ਨੂੰ 21 ਈਅਰ ਕੰਪਲੀਟ ਹੋਏ ਨੇ, ਉਹ ਸਾਰੀ ਸੰਗਤ ਨੇ ਫੀਸ ਲੈਣੀ ਹੈ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਹਾਂਜੀ ਠੀਕ ਹੈ ਫਤਿਹ।